बिस्मिल्लाहिर्रहमानिर्रहीम अस्सलाम वालेकुम। ਅੱਜ ਫਿਰ ਇੱਕ ਵਾਰੀ ਇੱਕ ਨਵੀਂ ਸ਼ਾਮ ਨਵੇਂ ਪਰੌਣਿਆਂ ਤੇ ਨਵੇਂ ਮਹਿਮਾਨਾਂ ਤੇ ਨਵੇਂ ਸਵਾਲਾਂ ਦੇ ਨਾਲ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਦੋਸਤੋ ਨਾਜ਼ਰੀਨ, ਇਹ ਸਾਡਾ ਪ੍ਰੋਗਰਾਮ ਅੱਜ ਦਾ ਮਹਿਮਾਨ ਇੱਕ ਐਸਾ ਪ੍ਰੋਗਰਾਮ ਹੈ ਜਿਹਦੇ ਵਿੱਚ ਹਰ ਪੀੜ੍ਹੀ ਨੂੰ ਅਸੀਂ ਤੁਹਾਨੂੰ ਨਵੀਆਂ ਸ਼ਖਸੀਅਤ ਨਾਲ ਮਿਲਵਾਉਂਦੇ ਹਾਂ। ਇਹ ਜਿਹੜੀਆਂ ਸ਼ਖਸੀਅਤ ਹੁੰਦੀਆਂ ਨੇ ਇਹ ਹਰ ਸ਼ੋਬਾ ਜ਼ਿੰਦਗੀ ਤੋਂ ਤਾਲੁਕ ਰੱਖਦੀਆਂ ਨੇ ਤੇ ਸਾਨੂੰ ਤੇ ਤੁਹਾਨੂੰ ਉਹ ਤਜਰਬੇ ਸਾਡੇ ਨਾਲ ਇੱਥੇ ਬਹਿ ਕੇ ਵੰਡਦੀਆਂ ਨੇ ਜਿਹੜੇ ਨਾ ਸਿਰਫ ਸਾਡੇ ਵਾਸਤੇ ਬਲਕਿ ਤੁਹਾਡੇ ਵਾਸਤੇ ਵੀ ਬਹੁਤ ਮੁਫੀਦ ਹੁੰਦੇ ਨੇ। ਅੱਜ ਵੀ ਅਸੀਂ ਪ੍ਰੋਗਰਾਮ ਵਿੱਚ ਤੁਹਾਨੂੰ ਮਿਲਵਾਵਾਂਗੇ ਨਵੀਆਂ ਪਰਸਨੈਲਿਟੀਆਂ ਦੇ ਨਾਲ। ਲੇਕਿਨ ਇਸ ਤੋਂ ਪਹਿਲੇ ਮੈਂ ਅੱਜ ਦੀ ਗੱਲ ਤੇ ਸਾਂਝੀ ਕਰਨੀ ਭੁੱਲ ਹੀ ਗਈ, ਕਾਫੀ ਦਿਨਾਂ ਤੋਂ ਨਹੀਂ ਕੀਤੀ ਤੇ ਅੱਜ ਕਰ ਦੇਣੀ ਆ। ਅੱਜ ਦੀ ਜਿਹੜੀ ਸਾਡੀ ਚੰਗੀ ਗੱਲ ਹੈ ਉਹ ਹੈ ਵੇ ਬੁੱਲੇ ਸ਼ਾਹ ਨੇ ਆਖਿਆ, ਤਨ ਕਾਲਾ ਕਬੂਲ ਵੇ ਬੁੱਲਿਆ, ਮਨ ਕਾਲਾ ਕਿਸੇ ਕੰਮ ਦਾ ਨਹੀਂ। ਇਹ ਬੜੀ ਸੋਹਣੀ ਤੇ ਬੜੀ ਖੂਬਸੂਰਤ ਤੇ ਬੜੀ ਹੀ ਗਹਿਰੀ ਗੱਲ ਹੈ ਕਿ ਇਨਸਾਨ ਜਿੰਨਾ ਮਰਜ਼ੀ ਜ਼ਾਹਰੀ ਖੂਬਸੂਰਤ ਹੋਵੇ, ਜੇ ਉਹਦੇ ਅੰਦਰ ਖੂਬਸੂਰਤੀ ਦਾ ਦੀਵਾ ਨਹੀਂ ਬਲਦਾ ਪਿਆ ਤੇ ਜ਼ਾਹਿਰ ਕਿਸੇ ਕੰਮ ਦਾ ਨਹੀਂ। ਤੇ ਹੁਣ ਆਨੇ ਆ ਪ੍ਰੋਗਰਾਮ ਵੱਲ। ਅੱਜ ਤੁਹਾਨੂੰ ਅਸੀਂ ਮਿਲਵਾਵਾਂਗੇ ਇੱਕ ਮੰਨੇ ਤਰੰਨੇ ਰਾਈਟਰ ਦੇ ਨਾਲ, ਤੁਹਾਡੀ ਮੁਲਾਕਾਤ ਕਰਾਵਾਂਗੇ ਇੱਕ ਡਰਮਾਟੋਲੋਜਿਸਟ ਦੇ ਨਾਲ, ਇਹਦੇ ਨਾਲ ਤੁਹਾਨੂੰ ਹਮੇਸ਼ਾ ਦੀ ਤਰ੍ਹਾਂ ਮਿਲਾਵਾਂਗੇ ਸੂਫੀ ਸਕਾਲਰ ਦੇ ਨਾਲ, ਤੇ ਉਸ ਤੋਂ ਬਾਅਦ ਤੁਹਾਨੂੰ ਮਿਲਵਾਵਾਂਗੇ ਦੋ ਡਾਕਟਰਸ ਦੇ ਨਾਲ ਜਿਹੜੇ ਇਸ ਟਾਈਮ ਯੂਥ ਟ੍ਰੇਨਰ ਵੀ ਨੇ। ਤੇ ਪਹਿਲੇ ਪਰੋਣੇ ਕੌਣ ਨੇ ਉਹ ਦੱਸਣਗੇ ਜੀ ਅਲੀ ਉਸਮਾਨ ਬਾਜਵਾ। ਸਾਡੇ ਪਰੋਣੇ ਜਿਹੜੇ ਨੇ ਇਸ ਵਕਤ ਸਟੂਡੀਓ ਵਿੱਚ ਮੌਜੂਦ ਨੇ ਔਰ ਜਿੱਥੇ ਰੱਬ ਦੀਆਂ ਕਈ ਇੱਕ ਨਿਯਮਤਾਂ ਨੇ, ਰੱਬ ਦੇ ਕਈ ਇੱਕ ਰੰਗ ਨੇ, ਗਰਮੀ ਵੀ ਉਹਨਾਂ ਚੋਂ ਇੱਕ ਰੰਗ ਹੈ। ਗਰਮੀ ਦਾ ਵੀ ਮਜ਼ਾ ਲੈਣਾ ਚਾਹੀਦਾ, ਲੇਕਿਨ ਠੰਡੀ ਹਵਾ ਦਾ ਚੌਂਕਾ ਜਿਹੜਾ ਉਦੋਂ ਆਉਂਦਾ ਜਦੋਂ ਤੁਸੀਂ ਖੱਤ ਪੱਤਰ ਚਿੱਠੀ ਪਾਉਂਦੇ ਹੋ, ਈਮੇਲ ਪਾਉਂਦੇ ਹੋ। ਬੜਾ ਵਧੀਆ ਲੱਗਦਾ, ਬੜਾ ਸੋਹਣਾ ਲੱਗਦਾ ਔਰ ਥੋੜ੍ਹੇ ਹੀ ਅਰਸੇ ਵਿੱਚ ਇਹ ਪ੍ਰੋਗਰਾਮ ਜਿਹੜਾ ਤੁਹਾਡਾ ਫੇਵਰੇਟ ਪ੍ਰੋਗਰਾਮ ਬਣਦਾ ਚਲਾ ਜਾ ਰਿਹਾ। ਨਾਜ਼ਰੀਨ, ਜਿਵੇਂ ਤੁਸੀਂ ਜਾਣਦੇ ਹੋ ਕਿ ਕਹਾਣੀ ਸੁਣਾਉਣ ਦੇ ਕਈ ਇੱਕ ਤਰੀਕੇ ਨੇ। ਪੁਰਾਣੇ ਵਕਤਾਂ ਵਿੱਚ ਤੇ ਟੱਬਰ ਬਹਿ ਜਾਂਦਾ ਸੀ ਤੇ ਨਾਨੀਆਂ ਦਾਦੀਆਂ ਕਹਾਣੀਆਂ ਸੁਣਾਉਂਦੀਆਂ ਸਨ ਜਾਂ ਚੁਪਾਲ ਵਿੱਚ ਬਹਿ ਕੇ ਕਹਾਣੀ ਸੁਣਾਈ ਜਾਂਦੀ ਸੀ। ਜਦੀਦ ਦੁਨੀਆ ਜਦੋਂ ਆਈ ਫਿਰ ਅਸੀਂ ਲਿਖਣਾ ਪੜ੍ਹਨਾ ਸ਼ੁਰੂ ਕੀਤਾ ਤੇ ਅਸੀਂ ਲਿਖ ਕੇ ਕਹਾਣੀਆਂ ਸੁਣਾਉਣੀਆਂ ਸ਼ੁਰੂ ਕੀਤੀਆਂ। ਇਸੇ ਤਰ੍ਹਾਂ ਫਿਰ ਰੇਡੀਓ, ਫਿਰ ਸਿਨੇਮਾ, ਫਿਰ ਟੈਲੀਵਿਜ਼ਨ ਔਰ ਫਿਰ ਥੀਏਟਰ, ਇਹ ਸਾਰੇ ਫਾਰਮਸ ਜਿਹੜੀਆਂ ਨੇ ਇਹ ਕਹਾਣੀ ਸੁਣਾਉਣ ਦੇ ਹੀ ਇੱਕ ਤਰੀਕੇ ਨੇ। ਉਹਨਾਂ 'ਚੋਂ ਹੀ ਕਹਾਣੀ ਸੁਣਾਉਣ ਦਾ ਇੱਕ ਵੱਲ ਹੈ ਡਰਾਮਾ, ਜਿਹੜਾ ਕਿ ਪਾਕਿਸਤਾਨੀਆਂ ਨੂੰ ਬਹੁਤ ਪਸੰਦ ਹੈ ਔਰ ਅੱਜ ਵੀ ਡਰਾਮਾ ਬੜੇ ਜ਼ੌਕ ਸ਼ੌਕ ਨਾਲ ਵੇਖਿਆ ਜਾਂਦਾ ਔਰ ਪਾਕਿਸਤਾਨ ਟੈਲੀਵਿਜ਼ਨ ਯਕੀਨੀ ਤੌਰ 'ਤੇ ਉਹਦੇ ਵਿੱਚ ਇੱਕ ਅਹਿਮ ਮੁਕਾਮ ਰੱਖਦਾ ਹੈ। ਔਰ ਨਾ ਸਿਰਫ ਪਾਕਿਸਤਾਨ ਬਲਕਿ ਪਾਕਿਸਤਾਨ ਤੋਂ ਬਾਹਰ ਵੀ ਪਾਕਿਸਤਾਨ ਟੈਲੀਵਿਜ਼ਨ ਦੇ ਡਰਾਮੇ ਵਿਖਾਏ ਜਾਂਦੇ ਨੇ ਔਰ ਉੱਥੇ ਸਿੱਖ ਸਕਦੇ ਹਾਂ ਔਰ ਅਗਲੀਆਂ ਨਸਲਾਂ ਨੂੰ ਸਿਖਾ ਸਕਦੇ ਹਾਂ। ਇਸੇ ਕਰਕੇ ਅੱਜ ਸਾਡੇ ਸਟੂਡੀਓ ਦੇ ਵਿੱਚ ਇੱਕ ਡਰਾਮਾ ਨਿਗਾਰ ਮੌਜੂਦ ਨੇ ਜਿਹੜੇ ਕਿ ਕਈ ਇੱਕ ਡਰਾਮੇ ਨਾ ਸਿਰਫ PTV ਬਲਕਿ ਦੂਸਰੇ ਚੈਨਲ ਵਾਸਤੇ ਵੀ ਲਿਖਦੇ ਰਹੇ। ਇਹਨਾਂ ਦੇ ਡਰਾਮਿਆਂ ਦੀ ਗੱਲ ਕਰੀਏ ਤਾਂ ਟੂਟੇ ਪੱਤੇ ਬਾਰੇ ਵਫਾ, ਫਿਰ ਬੱਚਿਆਂ ਵਾਸਤੇ ਇਹਨਾਂ ਦਾ ਇੱਕ ਖੇਡ ਸੀ ਫਸਾਨਾ ਅਜਾਬ, ਰੋਸ਼ਨ ਰਾਸਤੇ ਵੀ ਬੱਚਿਆਂ ਵਾਸਤੇ ਲਿਖਿਆ ਗਿਆ ਇੱਕ ਡਰਾਮਾ। ਇਸੇ ਤਰ੍ਹਾਂ ਖਾਤੀਨ ਦੇ ਜਿਹੜੇ ਨੇ ਕੁਝ ਡਰਾਮੇ ਇਹਨਾਂ ਨੇ ਲਿਖੇ। ਫਿਰ ਅੱਜ ਦੀ ਕਹਾਣੀ ਪੰਜਾਬੀ ਡਰਾਮਿਆਂ ਦੀ ਇੱਕ ਸੀਰੀਜ਼ ਜਿਹੜੀ ਉਹਦੇ ਵਿੱਚ ਕੁਝ ਐਪੀਸੋਡਸ ਇਹਨਾਂ ਲਿਖੀਆਂ, ਸ਼ਾਮ ਸਵੇਰ ਜਗ ਬੀਤੀ, ਇਹਦੇ ਵਿੱਚ ਵੀ ਇਹਨਾਂ ਦੀਆਂ ਐਪੀਸੋਡਸ ਆਈਆਂ। ਫਿਰ ਤਪਦੀ ਛਾਂ ਇਹਨਾਂ ਦਾ ਇੱਕ ਪੰਜਾਬੀ ਡਰਾਮਾ ਹੈ ਔਰ ਬਲ ਦੇ ਦੀਵੇ ਵੀ ਇਹਨਾਂ ਦਾ ਇੱਕ ਪੰਜਾਬੀ ਡਰਾਮਾ ਹੈ। ਔਰ ਇਹਨਾਂ ਪੰਜਾਬੀ ਡਰਾਮਿਆਂ ਦੇ ਕਰਕੇ ਇਹਨਾਂ ਨੂੰ 2 PTV ਅਵਾਰਡ, ਇੱਕ 2002 ਔਰ ਦੂਸਰਾ 2008 ਦੇ ਵਿੱਚ ਮਿਲਿਆ ਹੈ। ਸਾਡੇ ਅੱਜ ਦੇ ਪਰੌਣੇ ਨੇ ਜਨਾਬ ਜਹਾਂਜ਼ੇਬ ਕਮਰ ਸਾਹਿਬ। अस्सलाम वालेकुम जी। आया जी वालेकुम अस्सलाम, बड़ी मेहरबानी। और यकीन जानो कि इन्नी चंगी पंजाबी अज सुन के ना दिल खुश हो गया क्योंकि असी लिखते हैं लेकिन ये लिखण का हुण सानूं मौका नहीं मिलता। बड़ा अच्छा लग रहा है कि PTV ਦੀਆਂ ਰੌਣਕਾਂ माशाअल्लाह फिर तो बहाल हो रही ने और अल्लाह इन्हां ਨੂੰ ਹੋਰ ਵਧਾਏ। ਤੇ ਸਾਡੇ ਲਈ ਵੀ ਬੜੀ ਵਧੀਆ ਗੱਲ ਹੈ ਕਿ ਇੱਕ ਐਸਾ ਰਾਈਟਰ ਜਿਹੜਾ ਕਿ ਉਰਦੂ ਦੇ ਨਾਲ ਪੰਜਾਬੀ ਡਰਾਮੇ ਵੀ ਲਿਖਦਾ ਰਿਹਾ ਔਰ ਉਹਨੂੰ ਅਵਾਰਡ ਵੀ ਪੰਜਾਬੀ ਲਿਖਣ ਤੇ ਮਿਲੇ ਨੇ। ਇਹਦਾ ਮਤਲਬ ਹੈ ਕਿ ਅਸੀਂ ਕੁਝ ਨਾ ਕੁਝ ਜ਼ਰੂਰ ਅੱਜ ਸਿੱਖਾਂਗੇ। ਬੇਸ਼ੱਕ ਇੰਜ ਹੀ ਹੈ। ਮੇਰੇ ਜਿਹੜੇ ਸਟਾਰਟ ਦੇ 2 ਸਾਲ ਸਨ ਉਹ ਮੈਂ ਪੰਜਾਬੀ ਦਾ ਹੀ ਕੰਮ ਕੀਤਾ ਸੀ ਔਰ ਪੰਜਾਬੀ ਦੇ ਹੀ ਕੰਮ ਤੋਂ ਅੱਲਾਹ ਨੇ ਫਿਰ मतलब वो मेरा समझ लो कि स्कूलिंग ਦਾ ਟਾਈਮ ਸੀ ਕਿ ਮੈਂ ਡਰਾਮਾ ਲਿਖਣਾ ਸਿੱਖ ਰਿਹਾ ਸੀ, ਪੰਜਾਬੀ ਡਰਾਮੇ ਤੋਂ ਹੀ ਸਿੱਖਿਆ ਸੀ। ਜਹਾਂ ਸਾਹਿਬ, ਤੁਸੀਂ ਕੈਮੀਕਲ ਇੰਜੀਨੀਅਰ ਹੋ ਔਰ ਅੱਜ ਕੱਲ੍ਹ ਤਦਰੀਸ ਦੇ ਸ਼ੋਬੇ ਨਾਲ ਵਾਬਸਤਾ ਹੋ, ਲੇਕਿਨ ਡਰਾਮਾ ਇੱਕ ਥੋੜ੍ਹਾ ਜਿਹਾ ਇੰਜੀਨੀਅਰਿੰਗ ਨਾਲੋਂ ਤੇ ਵਾਕਈ ਚੀਜ਼ ਹੈ। ਸਹੀ ਵੇਖਿਆ ਜਾਏ ਸਹੀ। ਸੋ ਕਿਵੇਂ ਇੱਕ ਇੰਜੀਨੀਅਰ ਨੂੰ ਇਹ ਬੀ ਕਦੋਂ ਪਿਆ? ਬਚਪਨ ਤੋਂ ਹੀ ਸੀ? ਅਕਸਰ ਜਵਾਬ ਇਹ ਹੀ ਹੁੰਦਾ ਬਚਪਨ ਤੋਂ ਸ਼ੌਕ ਸੀ। ਬਿਲਕੁਲ ਸਹੀ। ਫਿਰ ਪੜ੍ਹਾਈ ਕੁਝ ਹੋਰ ਕਰ ਲਈ ਤੇ ਫਿਰ ਜਦੋਂ ਕੋਈ ਹੱਥ? ਅੱਛਾ ਯਾਰ, ਗੱਲ ਇਹ ਕਿ ਜਦੋਂ ਅਸੀਂ ਕਰਦੇ ਹਾਂ ਨਾ ਆਪਣੀ ਕੁਆਲੀਫਿਕੇਸ਼ਨਸ ਕੰਪਲੀਟ, ਅਸੀਂ ਉਸ ਵਕਤ ਇਹ ਨਹੀਂ ਸੋਚ ਸਕਦੇ ਕਿ ਸਾਡੇ ਵਾਸਤੇ ਬਿਹਤਰ ਜਗ੍ਹਾ ਕਿਹੜੀ ਹੈ। ਇਹ ਅੱਲਾ ਨੇ ਸੋਚ ਰੱਖਿਆ ਹੁੰਦਾ ਕਿ ਬੰਦੇ ਨੂੰ ਕਿੱਥੇ ਪਹੁੰਚਾਉਣਾ ਹੈ। ਮੈਂ ਇਸ ਚੀਜ਼ ਦਾ ਕ੍ਰੈਡਿਟ 2 ਲੋਕਾਂ ਨੂੰ ਦਿਆਂਗਾ। ਇੱਕ ਤੇ ਮੇਰੀ ਤਮਾਮ ਸਕੂਲਿੰਗ ਜਿਹੜੀ ਸੀ ਉਹ ਇੱਕ PF ਦੇ ਇਦਾਰੇ 'ਚ ਹੋਈ ਤੇ ਮੇਰੇ ਟੀਚਰਸ ਨੇ 12 ਸਾਲ 'ਚ ਮੈਨੂੰ ਕਿਸੇ ਨਾ ਕਿਸੇ ਤਰ੍ਹਾਂ ਸਟੇਜ ਤੇ ਮੌਕਾ ਦਿੱਤਾ। ਅੱਛਾ, ਹੁਣ ਉਹ ਚਾਹੇ ਮੈਂ ਲਿਖਿਆ, ਚਾਹੇ ਮੈਂ ਹੋਸਟਿੰਗ ਕੀਤੀ, ਚਾਹੇ ਮੈਂ ਕੰਪੇਅਰਿੰਗ ਤੋਂ ਇਲਾਵਾ ਡਿਬੇਟਿੰਗ ਕੀਤੀ, लेकिन वो टीचर्स ने पहचान लिया कि इस बच्चे कुछ है और इन्होंने मौका देना चाहिए। तो एक तो क्रेडिट उन्होंने दा और दूसरा क्रेडिट PTV का
ਅੱਛਾ ਪੀਟੀਵੀ ਦਾ ਉਹ 8 ਵਜੇ ਵਾਲਾ ਡਰਾਮਾ ਜਿਹੜਾ ਹੈ ਉਸ ਦੌਰ ਦੀ ਗੱਲ ਕਿ ਜਿਸ ਵਕਤ ਹਰ ਸੈਂਟਰ ਦਾ ਇੱਕ ਡਰਾਮਾ ਇੱਕ ਦਿਨ ਚੱਲਦਾ ਸੀ ਔਰ ਉਹ ਟਾਈਮ ਸੀ ਕਿ ਜਦੋਂ ਫਰਜ਼ ਹੁੰਦਾ ਸੀ ਕਿ ਪੂਰੀ ਫੈਮਿਲੀ ਨੇ 8 ਵਜੇ ਵਾਲਾ ਡਰਾਮਾ ਜ਼ਰੂਰ ਵੇਖਣਾ। ਸਾਰੇ ਕੰਮ ਛੇਤੀ ਛੇਤੀ ਤੇ ਕਰ ਇੱਕ ਦਿੱਤੇ ਸਮਝੋ ਜਾਂਦੇ ਕਿ ਸੀ। ਉਹ ਉਸ ਵਕਤ ਦਾ ਉਹ ਸ਼ੌਕ ਜਿਹੜਾ ਸੀ ਨਾ ਉਹਨੇ ਡਿਸਾਈਡ ਕਰਵਾ ਦਿੱਤਾ ਸੀ ਕਿ ਇਹ ਕੰਮ ਮੈਂ ਕਰ ਸਕਦਾ ਔਰ ਸ਼ਾਇਦ ਮੇਰੇ ਅੰਦਰ ਇਹ ਚੀਜ਼ ਹੈ ਔਰ ਮੈਂ ਇਹਨੂੰ ਅੱਗੇ ਲੈ ਕੇ ਚੱਲਾਂਗਾ। तो इंजीनियरिंग करते तो एहसास नहीं होया कि मैं अगों इंजीनियरिंग छड़ देंगा, लेकिन बहरहाल वो खुदा दे फैसले ने और खुदा ही बेहतर समझदा है कि किस वास्ते की बेहतर। ਤੇ ਜਦੋਂ ਤੁਸੀਂ ਕਲਮ ਚੁੱਕਿਆ ਔਰ ਤੁਸੀਂ ਆਪ ਦੱਸਿਆ ਕਿ ਪਹਿਲਾ ਡਰਾਮਾ ਪੰਜਾਬੀ ਦਾ ਸੀ ਤੇ ਉਹ ਕਿਸ ਤਰ੍ਹਾਂ ਫਿਰ ਇੱਕ ਜੁੜਤ ਤੁਸੀਂ ਬਣਾਈ ਔਰ ਉਹਨੂੰ ਪਹਿਲੀ ਦਫਾ ਜਦੋਂ ਲਿਖਿਆ ਉਹ ਤੇ ਐਕਸਪੀਰੀਅੰਸ अच्छा वो बड़ा मज़े का एक्सपीरियंस है। वो इंज होया कि मैं पहली बारी पीटीवी ते आया तो उर्दू सीरीयल लेके आया, लेकिन साफ ज़ाहिर है वो पीटीवी का अरूज का दौर सी। मैं गल कर रहा 90s लेट 90s की, तो उस वक्त पीटीवी से एक नए बंदे नूं उर्दू सीरीयल नहीं पा दिता जाता सी कि तुसी ऐ करो। उस वास्ते फिर मैनूं समझाया गया कि भाई अगर तू राइटर बनना है तो तैनूं पहले पंजाबी च अपने आप नूं आजमाना होएगा। तो मैं थोड़ा जिहा बड़ा शाय होके कहा कि जी मैंने तो पंजाबी लिखनी नहीं आती। उन्होंने कहा तू बोल लैंदा तो तैनूं लिखनी क्यों नहीं आती, और पंजाबी दे हरूफे तहजी भी वही ने जिहड़े उर्दू दे ने। खैर वो लिखिया, पहला एक्सपीरियंस होया तो मैंने अज भी याद है कि उस वक्त की हुकूमत की पॉलिसी तो सी कि जहेज़ की ममानियत के बारे तो वो दाज ते राज के नाम नाल ऐसी स्टूडियो रिकॉर्ड होया और दोस्त मोहम्मद किशकोरी साहब कोयटा तो इस वक्त आए हुए सन, उन्होंने रिकॉर्ड किया। तो वो मतलब मेरा पहला काम सी जिस वक्त उसते वो काम होंदे मैंने भी नहीं पता सी कि इस ते मेरा नाम आ जाएगा और ये हो जाएगा, लेकिन उस तो बाद फिर ज़रा हौसला हो गया कि नहीं पंजाबी लिखा जा सकता है। फिर मेरा ख्याल है कोई 1 साल बाद मैं उर्दू पंजाबी का ही सीरीयल लिखा सी तपदी छां। तो वो तपदी छां जिन तुसीं दस्सिया है कि उस विच मैनूं पीटीवी अवार्ड मिलिया। वो पीटीवी अवार्ड पहले ही सीरीयल तो मिल जाना तो एक बहुत वड्डी गल सी, लेकिन मेरे वास्ते उस वक्त इस तो वड्डी गल ये सी कि जिन्हां 2 होर राइटर्स नूं नॉमिनेट किया गया सी वो सन जिन्हां दा काम वेख के मैं सिक्ख्या सी लिखना या जिन्हां तो मैं इंस्पायर सां। ठीक है। तो मेरे वास्ते वो ज़्यादा वड्डी गल सी कि शायद मेरा काम उन्होंने तो अच्छा नहीं होएगा, शायद उन्होंने हो सकता है अपने आप आप पीछे कर लिया होएगा कि नवे बंदे में अवार्ड मिल जाए, लेकिन वो मतलब मेरे वास्ते एजाज़ की गल सी कि मैं पहले ही सीरीयल और फिर इतने वड्डे लोगों दे इतने वड्डे राइटर्स दे नाल मेरा नाम आ गया सी। सही। अच्छा जहांजेब साहब ਇਹ ਦੱਸੋ ਤੁਸੀਂ ਹੁਣੇ ਦੱਸਿਆ ਕਿ ਕਿਸ ਤਰ੍ਹਾਂ ਤੁਸੀਂ ਪੀਟੀਵੀ ਤੋਂ ਡਰਾਮੇ ਦੀ ਸ਼ੁਰੂਆਤ ਕੀਤੀ, ਲੇਕਿਨ ਮੈਂ ਪੁੱਛਾਂਗੀ ਕਿ ਤੁਹਾਡੀ ਤਾਲੀਮ ਜਿਹੜੀ ਹੈ ਉਹ ਕੈਮੀਕਲ ਵਿੱਚ ਸੀ, ਉਸ ਤੋਂ ਬਾਅਦ ਤੁਸੀਂ ਤਾਲੀਮ ਦੇ ਸ਼ੋਬੇ ਨਾਲ ਵੀ ਵਾਬਸਤਾ ਹੋ ਤੇ ਇਹਦੇ ਨਾਲ ਮੁਸੰਨਿਫ ਵੀ ਹੋ ਜਾਣੇ ਪਹਿਚਾਨੇ, ਤੇ ਕਿਹੜੇ ਸ਼ੋਬੇ ਤੁਹਾਨੂੰ ਜ਼ਿਆਦਾ ਮਜ਼ਾ ਆਉਂਦਾ ਹੈ ਕੰਮ ਕਰਕੇ, ਜ਼ਿਆਦਾ ਅੱਛਾ ਲੱਗਦਾ ਹੈ ਕਿ ਇਹ ਕੰਮ ਮੈਨੂੰ ਕਰਕੇ ਦਿਲੀ ਸਕੂਨ ਮਿਲਦਾ ਹੈ? ਇਹ ਦੇਖੋ ਜੀ ਬੜੀ ਵਾਜ਼ਿਹ ਜੀ ਗੱਲ ਹੈ ਕਿ ਅਗਰ ਕੈਮੀਕਲ ਇੰਜੀਨੀਅਰਿੰਗ ਦੀ ਜੌਬ ਵਿੱਚ ਮੈਨੂੰ ਸਕੂਨ ਮਿਲਦਾ ਤਾਂ ਮੈਂ ਸ਼ਾਇਦ ਉਹੀ ਜੌਬ ਕਰ ਰਿਹਾ। ਇਸ ਟਾਈਮ 2 ਸ਼ੋਬੇ ਲੈ ਕੇ ਚੱਲ ਰਹੇ ਹੋ ਨਾ? ਇਹਨਾਂ ਦੋਨਾਂ ਚ ਇਹ ਦੋਨੋਂ ਜਿਹੜੇ ਹਨ ਨਾ ਥੋੜੇ ਜਿਹੇ ਇੰਟਰ ਰੈਲੇਵੈਂਟ ਹਨ। ਉਹਦੀ ਵਜ੍ਹਾ ਇਹ ਹੈ ਕਿ पूरा दिन थोड़ा स्टूडेंट्स के नाल राबता है जी, असल वो भी एक मुआशरे की सुधार का जरिया है और ये भी मुआशरे की सुधार का जरिया है। तो तुहानू एक मौका मिल जाता है कि तुसी राइटिंग च अपने वो सारे एक्सपीरियंसिस जिहड़े वो इधर यूज़ करते हो। सही। अच्छा इन्हां दोनों च ही मेरे वास्ते सुकून और फिर टीचिंग एक ऐसा शोबा सी कि इस विच मैनूं राइटिंग का टाइम मिल रहा सी, इस वास्ते मैंने सिलेक्ट किया सी। अगर मैं इंजीनियरिंग की लाइन ज्वाइन करदा तो शायद मैं राइटिंग को टाइम ना दे सकता। सही। ਕਿਹਾ ਜਾਂਦਾ ਕਿ ਹਰ ਦੌਰ ਦੇ ਵਿੱਚ ਚੀਜ਼ਾਂ ਬਦਲਦੀਆਂ ਨੇ, ਜਿਵੇਂ ਪੌਪ ਮਿਊਜ਼ਿਕ ਹੈ ਹਰ ਦੌਰ ਦਾ ਅਲੱਗਾ ਹੁੰਦਾ, ਸਾਡੇ ਦੌਰ 'ਚ ਹੋਰ ਸੀ, ਉਸ ਤੋਂ ਪਹਿਲਿਆਂ ਦਾ ਹੋਰ ਸੀ ਤੇ ਅਗਲਿਆਂ ਦਾ ਹੋਰ ਹੈ। ਇਸੇ ਤਰ੍ਹਾਂ ਡਰਾਮਾ ਵੀ ਬਦਲਦਾ ਚਲਾ ਗਿਆ। ਬੀਇੰਗ ਅ ਰਾਈਟਰ ਜਾਂ ਡਰਾਮਾ ਨਿਗਾਰ ਦੇ ਤੌਰ ਤੇ ਤੁਸੀਂ ਆਪਣੀਆਂ ਅੱਖਾਂ ਦੇ ਸਾਹਮਣੇ ਕਿੰਨਾ ਕੁ ਬਦਲਦਾ ਵੇਖਿਆ ਡਰਾਮਾ? पीटीवी का ड्रामा नहीं बदलिया। अच्छा। तो और ये शर्म की गल नहीं है कि पीटीवी का ड्रामा नहीं बदलिया। उसकी वजह है कि पीटीवी की कुछ तरजीहात अपनियां सन। उन्हें एक पूरी फैमिली का सोचना सी, उन्हें फैमिली बैठे बजुर्ग का भी सोचना सी, उन्हें फैमिली बैठे एक छोटे बच्चे का भी सोचना सी। लेकिन जो ड्रामा हुण असीं अजकल डिस्कस करते हैं जो सन प्राइवेट चैनल्स नज़र आता है, ओबवियसली वो ड्रामा नहीं है जो पीटीवी तो सीखा गया सी या जो पीटीवी ते असीं हुण भी लिखते हैं। मैं चलो हुण चैनल्स का तो चूँकि नाम मैं नहीं लवांगा, लेकिन ये डिसाइड होता है कि अगर असीं फलां चैनल वास्ते काम कर रहे हैं तो उस वास्ते यह जी स्टोरी देनी है, अगर इस चैनल वास्ते काम कर रहे हैं तो असीं यह जी स्टोरी देनी है। अच्छा। लेकिन यकीन जानो चूँकि स्कूलिंग पीटीवी दी है, ट्रेनिंग पीटीवी दी है, तो पीटीवी वास्ते काम करदे हैं कभी भी ये नहीं सोचा मैं कहता कि जो किसी जगह ते नहीं दिता जा सकता ना वो पीटीवी ते दिता जा सकता। और मैं ये गुड वर्ड्स आख रहा उसकी वजह है कि पीटीवी ने जोड़ा भी ड्रामा लेना है उस ये जरूर वेखना है कि इसकी लर्निंग की है, इस तो लैसन की मिल रहा है, इसकी ज़रूरत की है मुआशरे सोसाइटी में ड्रामा चाहिए भी है या नहीं। तो वो कोई कुड़ी मुंडे की कहानी नहीं होंगी, वो एक पूरी फैमिली की कहानी होंगी है, वो पूरा एक पूरी एक सोसाइटी की कहानी होंगी है जो पीटीवी वास्ते लिखा जाता है। अच्छा। अच्छा जहांजेब साहब ये दसो कि नावल अफसाना ते ए ड्रामा एक मुसन्निफ जिहड़ा है वो किहदे विच ज़्यादा खूबसूरती नाल इजहार ख्याल कर सकता है?
ਉਹ ਤਾਂ ਦੇਖੋ ਜੀ ਹੁਣ ਉਹਦਾ ਸ਼ੌਕ ਹੈ, ਉਹ ਜਿਸ ਵਿੱਚ ਆਪਣੇ ਆਪ ਨੂੰ ਆਸਾਨ ਸਮਝੇ। ਹੁਣ ਮੈਂ ਅਗਰ ਸਕ੍ਰਿਪਟ ਲਿਖਦਾ, ਡਰਾਮਾ ਲਿਖਦਾ, ਤੇ ਮੇਰਾ ਖਿਆਲ ਡਰਾਮਾ ਪੜ੍ਹਿਆ ਨਹੀਂ ਜਾ ਸਕਦਾ, ਡਰਾਮਾ ਵੇਖਿਆ ਜਾ ਸਕਦਾ। ਡਰਾਮਾ ਪੜ੍ਹਨ ਵਾਸਤੇ ਲੋਕ ਜਿਹੜੇ ਨੇ ਉਹ ਬਹੁਤ ਹੀ ਘੱਟ ਹੋਣਗੇ, ਲੇਕਿਨ ਨਾਵਲ ਜਿਹੜਾ ਹੈ ਉਹ ਪੜ੍ਹਿਆ ਜਾ ਸਕਦਾ। ਔਰ ਨਾਵਲ ਨੂੰ ਪੜ੍ਹਨ ਵਾਸਤੇ ਜਿਹੜੀ ਉਸਦੀ ਮਤਲਬ ਤੁਸੀਂ ਆਖੋ ਕਿ ਉਹਦੇ ਪੜ੍ਹਨ ਵਾਲੇ ਨੇ ਜਿਹੜੇ, ਉਹ ਸ਼ਾਇਦ ਡਰਾਮੇ ਨੂੰ ਉਤਨਾ ਪਸੰਦ ਨਹੀਂ ਕਰ। ਮੈਂ ਵੇਖਿਆ ਕਿ ਲੋਕ ਨਾਵਲਸ ਦੇ ਔਰ ਡਾਈਜੈਸਟ ਦੇ ਅੱਜ ਵੀ دیਵਾਨੇ ਨੇ। ਅੱਛਾ, ਮਤਲਬ ਉਹ ਸ਼ਾਇਦ ਡਰਾਮਾ ਨਹੀਂ ਵੇਖਦੇ ਹੋਣਗੇ, ਲੇਕਿਨ ਉਹ ਨਾਵਲ ਔਰ ਡਾਈਜੈਸਟ 'ਚ ਇੰਨੇ ਖੁੱਬ ਜਾਂਦੇ ਨੇ, ਅਫਸਾਨਿਆਂ 'ਚ ਇੰਨੇ ਖੁੱਬ ਜਾਂਦੇ ਨੇ। तो हर एक का एक अपना फील्ड है, मैंने ये सूट करता है। अच्छा, बहुत शुक्रिया जहाज़ेब कंवर साहब, तुसी बड़ी खूबसूरत गल्लां साडे नाल वड्डियां, लेकिन होर भी बड़ा कुछ जानना सी। इस टाइम वेले दी काट है, तो फिर इंशाल्लाह किसी प्रोग्राम में तुहानूं बुलावांगे, तुहानूं ज़हमत दांगे। तो दोस्तों इत्थे वेला होया एक निक्की जी ब्रेक दा, असीं ब्रेक ते जाने हैं, तो ब्रेक तो बाद वापस आके तुहानूं नवें परौने नाल मिलाने आ। रहना साडे नाल। ਲਓ ਜੀ, ਮੁੜ ਕੇ ਵਾਪਸ ਆ ਗਏ ਹਾਂ ਪਾਕਿਸਤਾਨ ਟੈਲੀਵਿਜ਼ਨ ਲਾਹੌਰ ਸੈਂਟਰ ਤੋਂ। ਮੇਰਾ ਨਾਮ ਹੈ ਅਲੀ ਉਸਮਾਨ ਬਾਜਵਾ। ਸੋਨੀਆ ਸ਼ੇਖ ਸਾਡੇ ਨਾਲ ਮੌਜੂਦ ਨੇ ਔਰ ਬੜਾ ਵਧੀਆ ਪ੍ਰੋਗਰਾਮ ਅੱਗੇ ਵਧ ਰਿਹਾ। ਜਹਾਜ਼ੇਬ ਕਮਰ ਸਾਹਿਬ ਸਾਡੇ ਨਾਲ ਮੌਜੂਦ ਸਨ, ਡਰਾਮਾ ਨਿਗਾਰ। ਡਰਾਮੇ ਦੇ ਹਵਾਲੇ ਨਾਲ ਗੱਲਾਂ ਹੋਈਆਂ, ਪੀਟੀਵੀ ਦੇ ਗੋਲਡਨ ਇਰਾ ਦੇ ਬਾਰੇ, ਜਦੋਂ ਪੀਟੀਵੀ ਨੇ ਬੜੇ ਵਧੀਆ ਡਰਾਮੇ ਬਣਾਏ, ਉਸ ਤੋਂ ਲੈ ਕੇ ਹੁਣ ਤੱਕ ਦੀ ਜਰਨੀ ਅਸੀਂ ਜਾਣੀ। ਲੇਕਿਨ ਹੁਣ ਸਾਡੇ ਸਟੂਡੀਓ ਦੇ ਵਿੱਚ ਇੱਕ ਨਹੀਂ ਬਲਕਿ ਦੋ ਪ੍ਰਾਹੁਣੇ ਮੌਜੂਦ ਨੇ, ਬੜੇ ਸੋਹਣੇ ਸੁਨੱਖੇ ਤੇ ਵਧੀਆ ਪ੍ਰਾਹੁਣੇ ਨੇ। ਬੜਾ ਕੁਝ ਇਹਨਾਂ ਤੋਂ ਵੀ ਸਿੱਖਣ ਨੂੰ ਮਿਲੇਗਾ। ਸਾਡੇ ਨਾਲ ਇਸ ਵਕਤ ਡਾਕਟਰ ਤਨਵੀਰ ਹੁਸੈਨ ਭੱਟੀ ਸਾਹਿਬ मौजूद ने, एडिशनल कमिश्नर FPR और यूथ ट्रेनर ने। अस्सलाम वालेकुम जी, कैसी तबीयत है ਤੁਹਾਡੀ? कैसी तबीयत? अल्लाह का शुक्र है जी बिल्कुल। और ਇਹਨਾਂ ਦੇ ਨਾਲ मौजूद ने मेराज नदीम, HR स्पैशलिस्ट ਸਾਡੇ ਨਾਲ मौजूद ने। अस्सलाम वालेकुम जी। वालेकुम सलाम जी। कैसी तबीयत है? जी ठीक, बहुत शुक्रिया। HR वालिਆਂ ਕੋਲ मैं पहले सवाल करना जी जरूर क्योंकि कोई भी इदारा हो तो HR ही डायरेक्टली कंट्रोल कर रहा जी होता है। बिल्कुल जी। ਤੇ ਜਿੰਨੇ ਵੀ ਇਦਾਰੇ ਹੁੰਦੇ ਨੇ ਜਾਂ ਆਫਿਸ ਹੁੰਦੇ ਨੇ, ਪ੍ਰਾਈਵੇਟ ਸੈਕਟਰ ਹੋ ਜਾਏ, ਗਵਰਨਮੈਂਟ ਹੋ ਜਾਏ ਜਾਂ ਕੁਝ ਵੀ ਹੋ ਜਾਏ, ਉਹਦੇ 'ਚ HR ਦਾ ਡਿਪਾਰਟਮੈਂਟ ਜਿਹੜਾ ਹੁੰਦਾ ਨਾ, ਉਹਦੇ ਤੋਂ ਲੋਕਾਂ ਨੂੰ ਸ਼ਿਕਾਇਤਾਂ ਵੀ ਬੜੀਆਂ ਹੁੰਦੀਆਂ ਤੇ ਸ਼ਿਕਾਇਤਾਂ ਲੈ ਕੇ ਵੀ ਉਹਨਾਂ ਕੋਲ ਹੀ ਜਾਂਦੇ ਨੇ ਔਰ ਉਹ ਇੱਕ ਪਿਵਟਲ ਜਿਹਾ ਸਿਚੁਏਸ਼ਨ ਬਣ ਜਾਂਦੀ ਹੈ ਕਿਸੇ ਵੀ ਇਦਾਰੇ ਦੇ ਵਿੱਚ। ਤੇ ਇਹ ਕੀ ਕਹਾਣੀ ਹੈ? ਥੋੜੇ ਜਿਹੇ ਲੋਕਾਂ ਨੂੰ ਜਿਹੜੇ ਦੂਰ ਦਰਾਡੇ ਦੇ ਪਿੰਡਾਂ 'ਚ ਵੇਖਣ ਵਾਲੇ ਲੋਕ ਨੇ, ਉਹਨਾਂ ਨੂੰ ਜ਼ਰਾ ਦੱਸੋ ਤੇ ਸਹੀ ਕਿ ਹਿਊਮਨ ਰਿਸੋਰਸਿਸ ਜਾਂ HR ਡਿਪਾਰਟਮੈਂਟ ਆਖਰ ਹੁੰਦਾ ਕੀ ਔਰ ਕਿਉਂ ਉਹ ਬੈਕਬੋਨ ਕਹਾਂਦਾ? शुक्रिया सर। HR डिपार्टमेंट हर इदारे की एक रीढ़ की हड्डी की हैसियत रखता है। HR डिपार्टमेंट का एक काम है कि वो बंदे भर्ती करे, उस इदारे की जड़े मंशूर है ਉਹਦੀ ਤਰੱਕੀ ਵਾਸਤੇ ਬੰਦੇ ਭਰਤੀ ਕਰੇ। ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਤਨਖਾਹਾਂ ਨੇ, ਸੀਨੀਅਰ ਮੈਨੇਜਮੈਂਟ ਨਾਲ ਮਿਲ ਕੇ ਉਹਨਾਂ ਦੀ ਤਨਖਾਹਾਂ ਦਾ ਫੈਸਲਾ ਕੀਤਾ ਜਾਏ। ਉਹਨਾਂ ਨੂੰ ਕੀ ਸਹੂਲੀਅਤ ਦੇਣੀਆਂ ਨੇ, ਐਡੀਸ਼ਨਲ ਬੈਨੀਫਿਟਸ ਉਹਨਾਂ ਨੂੰ ਕੀ ਦੇਣੇ ਨੇ, ਉਹ ਫੈਸਲਾ ਕੀਤਾ ਜਾਏ। ਉਸ ਤੋਂ ਬਾਅਦ ਸਾਲ ਮੁਕੰਮਲ ਹੋਣ ਤੋਂ ਬਾਅਦ ਹਰ ਇਦਾਰਾ ਆਪਣੀ ਜਿਹੜੀ ਸੀਨੀਅਰ ਮੈਨੇਜਮੈਂਟ ਹੈ ਉਹ ਇਵੈਲੂਏਟ ਕਰਦੀ ਹੈ, ਜਾਂ ਉਹ ਜਾਇਜ਼ਾ ਲੈਂਦੀ ਹੈ ਕਿ ਅਸੀਂ ਕਿੰਨੀ ਕੁ ਤਰੱਕੀ ਕਰ ਲਈ ਹੈ। ਅੱਛਾ, ਇਨ ਟਰਮਸ ਆਫ ਬਿਜ਼ਨਸ ਜਿਹੜੇ EMPLOYEES ਨੇ ਉਹਨਾਂ ਨੇ ਉਸ ਗੋਲ ਨੂੰ ਅਚੀਵ ਕਰਨ ਵਾਸਤੇ ਕੀ ਸਪੋਰਟ ਕੀਤੀ ਹੈ। ਤੇ ਇਹ ਜਿਹੜਾ ਦਰਮਿਆਨ HR ਡਿਪਾਰਟਮੈਂਟ ਹੈ, ਇਹਦਾ ਇੱਕ ਰੋਲ ਹੈ, ਬਹੁਤ ਹੀ ਪਿਵਟਲ ਰੋਲ ਹੈ ਕਿ ਉਹਨੇ ਸਪੋਰਟ ਪ੍ਰੋਵਾਈਡ ਕਰਨੀ ਹੈ ਕਿ ਰਾਈਟ ਪਰਸਨ ਐਟ ਰਾਈਟ ਜੌਬ ਟੂ ਅਚੀਵ ਦੀ ਆਰਗੇਨਾਈਜੇਸ਼ਨਲ ਗੋਲਸ ਆਫ ਦੀ ਆਰਗੇਨਾਈਜੇਸ਼ਨ। ਯਾਨੀ ਕਿ ਉਸ ਇਦਾਰੇ ਦੇ ਜਿਹੜੇ ਗੋਲ ਨੇ ਉਹ ਹਾਸਲ ਕਰਨੇ ਨੇ, ਤੇ ਕਿਸ ਤਰ੍ਹਾਂ ਦੇ ਰਿਸੋਰਸਿਸ HR ਡਿਪਾਰਟਮੈਂਟ ਦਾ ਕੰਮ ਹੈ ਕਿ ਉਹ ਫੈਸਲਾ ਕਰੇ ਕਿ ਇਸ ਇਦਾਰੇ ਦਾ ਕਾਰੋਬਾਰ ਕੀ ਹੈ, ਅੱਛਾ, ਇਹਨੂੰ ਕਿਸ ਤਰ੍ਹਾਂ ਦੇ ਰਿਸੋਰਸਿਸ ਭਰਤੀ ਕਰਨੇ ਨੇ। ਲੈਟਸ ਸੇ ਅਗਰ ਕੋਈ IT ਡਿਪਾਰਟਮੈਂਟ ਹੈ, ਇੱਕ IT ਇੰਸਟੀਟਿਊਸ਼ਨ ਹੈ, ਉਹਨਾਂ ਨੂੰ ਸੌਫਟਵੇਅਰ ਡਿਵੈਲਪਰ ਚਾਹੀਦੇ ਨੇ, ਨੈਟਵਰਕ ਡਿਵੈਲਪਰਸ, ਨੈਟਵਰਕ ਇੰਜੀਨੀਅਰਸ ਚਾਹੀਦੇ ਨੇ, ਵੈਬ ਡਿਵੈਲਪਰਸ ਚਾਹੀਦੇ ਨੇ। तो HR डिपार्टमेंट ने सीनियर मैनेजमेंट ਨਾਲ ਮਿਲ ਕੇ ਫੈਸਲਾ ਕਰਨਾ ਹੈ, ਜੌਬ ਡਿਜ਼ਾਈਨ ਕਰਨੀ ਹੈ ਕਿ ਇਸ ਕੰਮ ਨੂੰ ਮੁਕੰਮਲ ਕਰਨ ਵਾਸਤੇ ਸਾਨੂੰ ਕਿਸ ਤਰ੍ਹਾਂ ਦੇ ਰਿਸੋਰਸਿਸ ਚਾਹੀਦੇ ਨੇ। ਉਹਦੇ ਬਾਰੇ ਚ ਫੈਸਲਾ ਕੀਤਾ ਜਾਂਦਾ ਹੈ ਕਿ ਉਹਦੀ ਡਿਗਰੀ ਕੀ ਹੋਏਗੀ, ਉਹਦਾ ਤਜਰਬਾ ਕਿੰਨਾ ਤਜਰਬਾ ਰਿਕੁਆਇਰਡ ਹੈ ਉਸ ਕੰਮ ਨੂੰ ਕਰਨ ਵਾਸਤੇ, ਤੇ ਉਹਦੇ ਇਦਾਰੇ ਨੂੰ ਕੀ ਫਾਇਦਾ ਹਾਸਲ ਹੋਏਗਾ, ਇਦਾਰੇ ਦਾ ਆਪਣਾ ਜਿਹੜਾ ਬਿਜ਼ਨਸ ਆਬਜੈਕਟਿਵਸ ਨੇ ਉਹ ਅਚੀਵ ਕਰੇਗਾ। ਪਰ ਕਿਹੜਾ EMPLOYE ਕਿੰਨਾ ਕੰਟਰੀਬਿਊਟ ਕਰ ਸਕਦਾ ਹੈ, ਕਿਹਨੂੰ ਹੋਣਾ ਚਾਹੀਦਾ, ਕਿਹਨੂੰ ਨਹੀਂ ਹੋਣਾ ਚਾਹੀਦਾ। ਵਧੀਆ ਗੱਲ। ਤੇ ਉਹਦੀ ਪਰਫਾਰਮੈਂਸਸ ਵੀ ਕਿੰਨੀ ਹੈ, ਇਹ ਵੀ ਸਾਰਾ ਕੁਝ ਕਾਊਂਟ ਹੁੰਦਾ ਹੈ। ਉਹਦੀ ਜਿਹੜੀ ਐਨੂਅਲ ਪਰਫਾਰਮੈਂਸ ਹੈ ਉਹਦਾ ਇੱਕ ਤਰੀਕਾਕਾਰ ਫੈਸਲਾ ਕੀਤਾ ਜਾਂਦਾ ਹੈ ਕਿ ਇੱਕ EMPLOYE ਹੈ, ਲੈਟਸ ਉਹਨੂੰ ਅਸੀਂ ਕਹਿੰਦੇ ਹਾਂ ਕਿ ਇੱਕ ਸਾਲ ਤੋਂ 5 ਵੈਬਸਾਈਟਾਂ ਡਿਵੈਲਪ ਕਰਨੀਆਂ ਨੇ ਜਾਂ 10 ਸੌਫਟਵੇਅਰ ਡਿਵੈਲਪ ਕਰਨੇ ਨੇ, ਤੇ ਉਹਦੇ ਉਹ ਅਪਰੇਜ਼ਲ ਜਿਹੜਾ ਐਨੂਅਲ ਅਪਰੇਜ਼ਲ ਉਹਦਾ ਸਾਲਾਨਾ ਉਹਦਾ ਜਿਹੜਾ ਅਸੀਂ ਕਾਰਗਰਦਗੀ ਦਾ ਜਾਇਜ਼ਾ ਲੈਣਾ ਹੈ, ਉਸ ਬੇਸ ਤੇ ਲੈਣਾ ਕਿ ਇਹਨੂੰ ਇਹ ਕੰਮ ਦਿੱਤਾ ਗਿਆ ਸੀ, ਇਹਨੇ ਕਿੰਨੇ ਫੀਸਦ ਉਸ ਕੰਮ ਨੂੰ ਮੁਕੰਮਲ ਕੀਤਾ ਹੈ, ਤੇ ਇਹਨੂੰ ਕੰਮ ਨੂੰ ਮੁਕੰਮਲ ਕਰ ਫਿਊਚਰ ਮੁਸਤਕਬਲ ਵਿੱਚ ਇਸ ਕੰਮ ਨੂੰ ਹੋਰ ਕਿੰਨੇ ਅੱਛੇ ਅੰਦਾਜ਼ ਨਾਲ ਇਹਨੂੰ ਮੁਕੰਮਲ ਕੀਤਾ ਜਾ ਸਕਦਾ ਹੈ। ਉਹ ਇੱਕ ਸੈਸ਼ਨ ਹੁੰਦਾ ਹੈ ਹਰ ਸਾਲ ਦੇ ਇਖਤਤਾਮ ਤੇ, ਯਾਨੀ ਡਿਊਰੇਸ਼ਨ ਔਰ ਐਫੀਸ਼ੀਐਂਸੀ ਔਰ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਵੇਖੀਆਂ ਜਾਂਦੀਆਂ ਨੇ। ਅੱਛਾ ਡਾਕਟਰ ਸਾਹਿਬ,
ਯੂਥ ਦੀ ਗੱਲ ਕਰੀਏ, ਯੂਥ ਟ੍ਰੇਨਰ ਹੋ ਤੁਸੀਂ ਔਰ ਮੁਲਕ ਦੇ ਵਿੱਚ ਯੂਥ ਦੀ ਇੱਕ ਬਹੁਤ ਵੱਡੀ ਤਾਦਾਦ ਹੈ ਇਸ ਵਕਤ ਅਗਰ ਵੇਖਿਆ ਜਾਏ ਆਬਾਦੀ ਦੇ ਲਿਹਾਜ਼ ਨਾਲ, ਉਹਨਾਂ ਦੀ ਟ੍ਰੇਨਿੰਗ ਤੇ ਹੈ ਹੀ ਹੈ ਵੇ। ਦੂਸਰਾ ਜਿਹੜਾ ਕੰਪੀਟੀਟਿਵ ਐਗਜ਼ਾਮਸ ਜਿਹੜੇ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਚੱਲਣ ਚੱਲ ਗਿਆ। ਹੁਣ ਹਰ ਬੰਦੇ ਨੂੰ ਪੁੱਛੀਏ, ਜਿਹੜਾ ਹਲੇ ਸਕੂਲ 'ਚ ਵੀ ਉਹਨੂੰ ਵੀ ਪੁੱਛੀਏ ਤੂੰ ਕੀ ਕਰਨਾ, ਉਹ ਕਹਿੰਦਾ CSS ਕਰਨਾ। ਸਭ ਨੇ CSS ਹੀ ਕਰਨਾ ਤੇ ਬਾਕੀਆਂ ਨੇ ਫਿਰ ਕੀ ਕਰਨਾ। ਸੋ ਇਹ ਜਿਹੜਾ ਚੱਲਣ ਹੈ ਕਿ ਮਤਲਬ ਭੇਡ ਚਾਲ ਦੀ ਵਜ੍ਹਾ ਤੋਂ ਵੀ ਕਾਫੀ ਬੱਚੇ ਜਿਹੜੇ ਨੇ ਹੋ ਸਕਦਾ ਹੈ ਕਿ ਉਹ ਕੋਈ ਚੰਗਾ ਇੰਜੀਨੀਅਰ, ਡਾਕਟਰ, ਆਰਟਿਸਟ, ਰਾਈਟਰ ਜਾਂ ਕੁਝ ਵੀ ਹੋਰ ਖਿਲਾੜੀ ਵੀ ਬਣ ਸਕਦਾ। ਉਹ CSS ਦੇ ਚੱਕਰਾਂ ਦੇ ਵਿੱਚ ਕਿੰਨੇ ਹੀ ਸਾਲ ਜ਼ਾਇਆ ਕਰਕੇ ਉਹ ਫਿਰ ਨਾ ਇੱਧਰ ਦਾ ਤੇ ਨਾ ਉੱਧਰ ਦਾ। ਤੁਸੀਂ ਬੀਇੰਗ ਅ ਟ੍ਰੇਨਰ ਕਿਸ ਤਰ੍ਹਾਂ ਵੇਖਦੇ ਹੋ ਕਿ ਯੂਥ ਕਿਆ ਵਾਕਈ ਭੇਡ ਚਾਲ ਦਾ ਸ਼ਿਕਾਰ ਹੈ ਜਾਂ ਇਹਦੇ ਵਿੱਚ ਜਾਨ ਹੈ ਵੇ ਕੰਪੀਟੀਸ਼ਨ ਵਿੱਚ? ਦੇਖੋ ਜੀ, ਪਹਿਲੀ ਤਾਂ ਗੱਲ ਹੈ ਕਿ ਪਾਕਿਸਤਾਨ ਦੀ ਯੂਥ ਜਿਹੜੀ ਹੈ ਨਾ 63% ਇਸ ਵਕਤ ਜਿਹੜੀ ਹੈ 30 ਸਾਲ ਤੋਂ ਉਹਨਾਂ ਦੀ ਉਮਰ ਘੱਟ। ਅੱਛਾ। ਉਸ ਤੋਂ ਬਾਅਦ ਪਾਕਿਸਤਾਨ ਦੀ ਜਿਹੜੀ 9ਵਾਂ ਨੰਬਰ ਹੈ ਦੁਨੀਆ ਦੇ ਵਿੱਚ ਲੇਬਰ ਫੋਰਸ ਦੇ ਹਵਾਲੇ ਨਾਲ। ਠੀਕ ਹੈ। ਜਿਹੜੀ ਨੌਜਵਾਨ ਹੈ ਉਹਦੇ ਵਾਸਤੇ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਉਹ ਹੈ ਅਨਐਮਪਲੋਇਮੈਂਟ, ਬੇਰੋਜ਼ਗਾਰੀ। ਹੁਣ ਬੇਰੋਜ਼ਗਾਰੀ ਨੂੰ ਹੱਲ ਕਰਨ ਵਾਸਤੇ ਅਗਰ ਇੱਕ ਜਗ੍ਹਾ ਤੇ ਇੱਕ ਨੌਕਰੀ ਆਂਦੀ ਹੈ ਤੇ ਉਹਦੇ ਵਾਸਤੇ ਇੱਕ ਨੌਕਰੀ ਵਾਸਤੇ ਸਵਾਂ ਦੀ ਤਾਦਾਦ ਨਾਲ ਇੱਕ ਕੈਂਡੀਡੇਟ ਹੁੰਦੇ ਨੇ। ਹੁਣ CSS ਦਾ ਜਾਂ ਬਾਕੀ ਜਿਹੜੇ ਮੁਕਾਬਲੇ ਦੇ ਇਮਤਿਹਾਨ ਨੇ ਉਹਨਾਂ ਦੇ ਵਿੱਚ ਇੱਕ ਬਿਹਤਰ ਜਿਹੜੇ ਨੇ ਮੌਕੇ ਨੇ ਕਿ ਤੁਸੀਂ ਅੱਛੀ ਜਗ੍ਹਾ ਤੇ ਅੱਛੀ ਪੋਜੀਸ਼ਨ ਤੇ ਜਾ ਕੇ ਤੁਸੀਂ ਕੰਮ ਕਰਦੇ ਹੋ। ਹੁਣ ਪਾਕਿਸਤਾਨ ਦਾ ਜਿਹੜਾ ਸਭ ਤੋਂ ਅਹਿਮ ਔਰ ਸਭ ਤੋਂ ਵੱਡਾ ਇਮਤਿਹਾਨ ਸਮਝਿਆ ਜਾਂਦਾ ਉਹ CSS ਦਾ ਇਮਤਿਹਾਨ। ਉਹਦੇ ਵਾਸਤੇ ਹਜ਼ਾਰਾਂ ਲੋਕ ਜਿਹੜੇ ਨੇ ਉਹਦੇ ਵਿੱਚ ਮੁਕਾਬਲੇ ਦੇ ਇਮਤਿਹਾਨ 'ਚ ਹਿੱਸਾ ਲੈਂਦੇ ਨੇ ਔਰ ਆਪਣੀ ਮਿਹਨਤ ਨਾਲ ਔਰ ਆਪਣੀ ਕਾਬਲੀਅਤ ਨਾਲ ਉੱਥੇ ਸਿਲੈਕਟ ਹੁੰਦੇ ਨੇ। ਔਰ CSS ਦਾ ਇਮਤਿਹਾਨ ਜਿਹੜਾ ਹੈ ਉਹ ਪਾਕਿਸਤਾਨ ਦੇ ਵਿੱਚ ਮੁਕਾਬਲੇ ਦਾ ਸਭ ਤੋਂ ਵੱਡਾ ਇਮਤਿਹਾਨ ਸਮਝਿਆ ਜਾਂਦਾ। ਹੁਣ ਇਹਦੇ 'ਚ ਦੂਸਰਾ ਇਸ ਤਰ੍ਹਾਂ ਸੂਬਾਈ ਸਤਹ 'ਤੇ ਦੇਖਿਆ ਜਾਏ ਹਰ ਸੂਬੇ ਦੇ ਵਿੱਚ PMS ਦਾ ਇਮਤਿਹਾਨ ਵੀ ਮੌਜੂਦ ਹੈ। ਇਸ ਤੋਂ ਇਲਾਵਾ ਨੈਬ ਦੇ ਇਮਤਿਹਾਨ ਵੀ ਮੁਕਾਬਲੇ ਦੇ ਇਮਤਿਹਾਨ ਨੇ, IB ਦੇ ਇਮਤਿਹਾਨ ਵੀ ਮੁਕਾਬਲੇ ਦੇ, ISI ਦੇ ਵੀ ਇਮਤਿਹਾਨ ਮੁਕਾਬਲੇ। ਈਵਨ ਤੁਸੀਂ ਕਿਹਾ ਜੀ ਜਿਹੜਾ ਹੈ ਦੂਸਰੇ ਸ਼ੋਬਿਆਂ ਦੇ ਵਿੱਚ ਹੁਣ ਇੰਜੀਨੀਅਰਸ ਦੇ ਵੀ ਮੁਕਾਬਲੇ ਦੇ ਇਮਤਿਹਾਨ ਹੁੰਦੇ ਨੇ, ਡਾਕਟਰਾਂ ਦੇ ਵੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਇਮਤਿਹਾਨ ਲੈਂਦਾ ਹੈ, ਜੱਜਾਂ ਦੇ ਇਮਤਿਹਾਨ ਜਿਹੜਾ ਪੰਜਾਬ ਸਿਵਲ ਸਰਵਿਸ ਕਮਿਸ਼ਨ ਜਿਹੜਾ ਉਹ ਲੈਂਦਾ ਹੈ। ਤੇ ਇਹ ਕਹਿਣਾ ਐਡੀਸ਼ਨਲ ਕਮਿਸ਼ਨਰ ਵੀ ਡਾਇਰੈਕਟ ਭਰਤੀ ਮੁਕਾਬਲੇ ਦੇ ਇਮਤਿਹਾਨ ਦੇ ਜ਼ਰੀਏ ਹੁੰਦੇ ਨੇ। ਇਹ ਕਹਿਣਾ ਕਿ ਸਿਰਫ ਜਿਹੜਾ ਹੈ ਚੰਦ ਲੋਕ ਜਿਹੜੇ ਨੇ ਉਹ ਇਮਤਿਹਾਨ ਦੇ ਜ਼ਰੀਏ ਆਉਂਦੇ ਨੇ, ਉਹ ਮੁਕਾਬਲੇ ਦਾ ਇਮਤਿਹਾਨ ਹੈ ਮੁਖਤਲਿਫ ਲੋਕਾਂ ਨੂੰ ਇੱਕ ਕ੍ਰਾਈਟੀਰੀਏ ਤੇ ਸਿਲੈਕਟ ਕਰਨਾ। ਸਹੀ। ਤੇ ਇਹ ਜਿਹੜਾ ਹੈ ਮੁਖਤਲਿਫ ਲੋਕਾਂ 'ਚ ਹੁਣ ਦੇਖੋ ਕੋਈ ਮਿਆਰ ਤੇ ਰੱਖਣਾ ਪਏਗਾ ਕਿ ਇੰਨੇ ਲੋਕਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰਨਾ। ਹੁਣ ਇਹ ਭੇਡ ਚਾਲ ਨਹੀਂ ਕਹੀ ਜਾ ਸਕਦੀ, ਇਹ ਵੇ ਕਿ ਜਿੱਥੇ ਬਿਹਤਰ ਮੌਕੇ ਹੋਣਗੇ ਉੱਥੇ ਲੋਕ ਜਿਹੜਾ ਹੈ ਇਮਤਿਹਾਨ ਵਾਸਤੇ ਹਰ ਇੱਕ ਦੀ ਖੁਆਇਸ਼ ਹੁੰਦੀ ਹੈ ਜੁਸਤਜੂ ਕੇ ਖੂਬ ਸੇ ਖੂਬਤਰ ਕਹਾਂ। ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਬਿਹਤਰ ਤੋਂ ਬਿਹਤਰ ਜਿਹੜੀ ਨੌਕਰੀ ਹਾਸਲ ਕਰੇ, ਬਿਹਤਰ ਤੋਂ ਬਿਹਤਰ ਜਿਹੜਾ ਉਹਦਾ ਸੁਸਾਇਟੀ ਦੇ ਵਿੱਚ ਮੁਕਾਮ ਹੋਵੇ। ਤੇ ਇਸ ਵਜ੍ਹਾ ਤੋਂ ਲੋਕ ਮੁਕਾਬਲੇ ਦੇ ਇਮਤਿਹਾਨ ਚਾਹੁੰਦੇ ਨੇ। ਤੇ ਕਿਹਾ ਜਾਂਦਾ HR ਵਾਲੇ ਡਾਢੇ ਬੜੇ ਹੁੰਦੇ ਨੇ, ਅਕਸਰ ਕਿਹਾ ਜਾਂਦਾ ਹੈ ਨਾ। ਉਹ ਹੁੰਦਾ ਹੈ ਕਿ ਜਿਹੜੇ ਫਰੈਸ਼ ਗ੍ਰੈਜੂਏਟਸ ਆਉਂਦੇ ਨੇ, ਜਿਵੇਂ ਪਹਿਲੇ ਅਸੀਂ ਕਾਫੀ ਡਿਸਕਸ਼ਨ ਕਰ ਲਈਏ ਕਿ ਗੋਲ ਸੈੱਟ ਨਹੀਂ ਹੁੰਦਾ, ਪਤਾ ਨਹੀਂ ਹੁੰਦਾ ਕਰਨਾ ਕੀ ਹੈ। ਇੱਕ ਡਿਗਰੀ ਉਹਤੇ ਪਾਸ ਲਿਖਿਆ ਹੈ, 3.47 GPA ਵੀ ਬਣਿਆ, ਸਭ ਕੁਝ ਹੈ ਵੇ, ਤੇ ਉਹ ਆ ਕੇ ਬਹਿ ਜਾਂਦੇ ਨੇ, ਕਰਨਾ ਕੀ ਹੈ ਨਹੀਂ ਪਤਾ। ਇੱਕ ਤੇ ਇਹ ਸਵਾਲ ਹੁੰਦਾ। ਦੂਜਾ ਉਹਨਾਂ ਕੋਲ ਇਹ ਸਵਾਲ ਪੁੱਛਿਆ ਜਾਂਦਾ ਕਿ ਪਹਿਲੇ ਕੀ ਕੀਤਾ, ਉਹ ਕਹਿੰਦੇ ਨੇ ਕੁਝ ਨਹੀਂ, ਪੜ੍ਹ ਹੀ ਰਹੇ ਸਾਂ। ਤੇ ਫਿਰ ਉਹ ਵਿਚਾਰੇ ਭਟਕਦੇ ਰਹਿੰਦੇ ਨੇ। ਤੇ ਉਹਨਾਂ ਵਾਸਤੇ HR ਡਿਪਾਰਟਮੈਂਟ ਤੁਸੀਂ ਸਪੈਸੀਫਿਕਲੀ ਆਪੀ ਬੀਇੰਗ ਐਨ ਇੰਡੀਵਿਜੂਅਲ ਕੀ ਕਰਦੇ ਹੋ, ਔਰ ਫਿਰ ਜਿਹੜੇ ਬੱਚੇ ਆ ਰਹੇ ਨੇ ਉਹ ਕਿਸ ਤਰ੍ਹਾਂ ਇੱਕ ਛੋਟਾ ਮੋਟਾ ਐਕਸਪੀਰੀਅੰਸ ਨਾਲ ਲੈ ਕੇ ਆ ਸਕਦੇ ਨੇ ਕਿ ਜੀ ਪਹਿਲੇ ਫਲਾਣ ਜਗ੍ਹਾ ਸਰਵ ਕੀਤਾ, ਫਲਾਣ ਜਗ੍ਹਾ ਥੋੜੇ ਦਿਨ ਕੰਮ ਕੀਤਾ ਹੈ, ਕੁਝ ਮਹੀਨੇ ਕੰਮ ਕੀਤਾ, ਤਾਂ ਕਿ ਉਹਨਾਂ ਦੀ CV ਵੀ ਵੱਡੀ ਹੋਵੇ ਔਰ ਇੱਕ ਉਹ ਸਿਸਟਮ ਦੇ ਵਿੱਚ ਆ ਸਕਣ। ਇਹ ਕੀ ਸਿਲਸਿਲਾ ਤੁਸੀਂ ਵੇਖਦੇ ਹੋ ਜਿਹੜੇ ਬੱਚੇ ਜਿਹੜੇ ਡਿਗਰੀਆਂ ਲੈ ਕੇ ਫਿਰਦੇ ਨੇ ਔਰ ਨੌਕਰੀ ਕਰਦੇ ਨੇ? ਉਹ ਨੌਕਰੀ ਕਰਦੇ ਜੀ। ਇਹਦੇ 'ਚ ਬੜੀ ਤੁਸੀਂ ਅੱਛਾ ਸਵਾਲ ਕੀਤਾ ਹੈ ਕਿ ਜਿਹੜੇ ਫਰੈਸ਼ ਗ੍ਰੈਜੂਏਟਸ ਨੇ ਜਦੋਂ ਤੁਸੀਂ ਇੰਟਰਵਿਊ ਕਰਨੇ ਆ ਉਹ ਪਾਕਿਸਤਾਨ ਵਿੱਚ ਇੱਕ ਸਰਕਾਰੀ ਇਦਾਰੇ ਨੇ ਤੇ ਦੂਸਰੇ ਪ੍ਰਾਈਵੇਟ ਇਦਾਰੇ ਨੇ। ਜਿਹੜੇ ਸਰਕਾਰੀ ਇਦਾਰੇ ਨੇ ਉਹਨਾਂ ਦੀ ਪਾਲਿਸੀਜ਼ ਬਹੁਤ ਹੀ ਕਲੀਅਰ ਨੇ ਕਿ ਕੁਝ ਜੌਬਸ ਨੇ ਜਿਹੜੀ ਐਕਸਪੀਰੀਅੰਸ ਬੇਸਡ ਨੇ, ਕੁਝ ਜੌਬਸ ਨੇ ਜਿਹੜੀ ਫਰੈਸ਼ ਗ੍ਰੈਜੂਏਟਸ ਵਾਸਤੇ ਨੇ। ਠੀਕ ਹੈ। ਤੇ ਸਾਡੀ ਮਾਸ਼ਰੇ ਦੀ ਇਹ ਸੋਚ ਹੈ ਕਿ ਬੱਚਾ ਜਿਹੜਾ ਯੂਨੀਵਰਸਿਟੀ ਤੋਂ ਪੜ੍ਹੇਗਾ ਨਾ ਤੇ ਉਹਨੇ ਸਰਕਾਰੀ ਅਫਸਰ ਬਣਨਾ, ਉਹ ਸਰਕਾਰੀ ਜੌਬ ਕਰਨੀ ਹੈ। ਇਹਦੇ ਨਾਲ ਇੱਕ ਛੋਟੀ ਜਿਹੀ ਗੱਲ ਮੈਂ ਸ਼ੇਅਰ ਕਰਨਾ। ਇਹ ਕੋਈ 5-6 ਮਹੀਨੇ ਪਹਿਲੇ ਦੀ ਗੱਲ ਹੈ। ਮੈਂ ਇੰਟਰਵਿਊ ਕਰ ਰਿਹਾ ਸੀ ਤੇ ਉਹ ਇੰਟਰਵਿਊ ਸੀ ਇੱਕ ਆਫੀਸਰ ਲੈਵਲ ਦੇ ਇੰਟਰਵਿਊ ਸੀ। ਮੈਂ ਉਸ ਬੱਚੇ ਨੂੰ ਪੁੱਛਿਆ ਕਿ ਇਸ ਟਾਈਮ ਕੋਈ ਜੌਬ ਕਰ ਰਹੇ ਹੋ? ਜੀ ਹਾਂਜੀ ਕਰ ਰਹੇ ਹੋ। ਮੈਂ ਉਹਨੂੰ ਪੁੱਛਿਆ ਕਿੰਨੀ ਤਨਖਾਹ ਲੈ ਰਹੇ ਹਾਂ? ਲੈਟਸ ਸੇ ਉਹਨੇ ਕਿਹਾ ਜੀ ਮੈਂ 80,000 ਰੁਪਏ ਲੈ ਰਿਹਾ। ਮੈਂ ਕਿਹਾ ਜਿਸ ਜੌਬ ਵਾਸਤੇ ਨੂੰ ਅਸੀਂ ਇੰਟਰਵਿਊ ਕਰ ਰਹੇ ਹਾਂ ਇਹਦੀ ਤਨਖਾਹ ਤੇ ਘੱਟ ਹੋਏਗੀ, ਤੂੰ ਆ ਜਾਏਗਾ? ਕਹਿੰਦਾ ਜੀ ਸਰਕਾਰੀ ਨੌਕਰੀ ਮਿਲੇਗੀ ਤੇ ਵਿਆਹ ਹੋਏਗਾ। ਅੱਛਾ। तो असी
ਸਰਕਾਰੀ ਨੌਕਰੀ ਨਾ ਹੋ ਗਈ, ਨਿਕਾਹ ਖਾਨ ਹੋ ਗਿਆ। ਨਿਕਾਹ ਹੋ ਗਿਆ। ਅੱਛਾ। ਅਸੀਂ ਤਾਂ ਸਭ ਤੋਂ ਪਹਿਲੇ ਸੋਚ ਨੂੰ ਬਦਲਣਾ। ਇਸ ਸੋਚ ਦੇ ਨਾਲ ਉਹ ਜਿਹੜਾ ਟਾਈਮ ਆਪਣਾ ਜ਼ਾਇਆ ਕਰਦੇ ਨੇ ਕਿ ਜੀ ਮੈਂ ਤੇ ਕਰਨੀ ਹੀ ਸਰਕਾਰੀ ਨੌਕਰੀ ਹੈ, ਮੈਂ CSS ਕਰਨਾ ਹੈ, ਮੈਂ PCS ਕਰਨਾ ਹੈ, ਮੈਂ ਡਿਪਾਰਟਮੈਂਟ ਕੰਪੀਟੀਟਿਵ ਐਗਜ਼ਾਮਸ ਦੇਣੇ ਨੇ, ਉਹ ਆਪਣਾ ਵਕਤ ਜ਼ਾਇਆ ਕਰਦੇ ਨੇ। ਐਸੇ ਨੌਜਵਾਨ ਜਿਹੜੇ ਫਰੈਸ਼ ਯੂਨੀਵਰਸਿਟੀ, ਉਹਨਾਂ ਨੂੰ ਮੇਰੀ ਰਿਕੁਐਸਟ ਹੈ, ਦਰਖਾਸਤ ਹੈ, ਇੱਕ ਮੇਰਾ ਉਹਨਾਂ ਵਾਸਤੇ ਇੱਕ ਨਸੀਹਤ ਹੈ ਕਿ ਉਹ ਪ੍ਰਾਈਵੇਟ ਸੈਕਟਰ ਵੀ ਬਹੁਤ ਵੱਡਾ ਹੈ ਜੀ। अगर कोई सॉफ्टवेयर डेवलपर है, सॉफ्टवेयर इंजीनियर है, बिजनेस ग्रेजुएट है, किसी इंजीनियर है, कोई भी छोटी इंस्टीट्यूशन ज्वाइन कर ले ताकि वो अपनी जिंदगी प्रोफेशनल लाइफ स्टार्ट कर सके। और जो थ्योरेटिकल कंसैप्ट्स वो डिवेलप हुए ने, उन्हें तालीम हासिल की है, ਉਹਦਾ ਕੋਈ ਇੰਪਲੀਮੈਂਟ ਕਰ ਸਕੇ, ਉਹਨੂੰ ਆਪਣਾ ਐਨਾਲਾਈਜ਼ ਕਰ ਸਕੇ ਕਿ ਯਾਨੀ ਮੈਂ ਜੋ ਪੜ੍ਹਿਆ ਕੰਪੀਟੀਟਿਵ ਹੋ ਤੇ ਹਰ ਜਗ੍ਹਾ ਤੁਹਾਡੀ ਅਹਿਮੀਅਤ ਬਣ ਜਾਏ, ਅਹਿਮੀਅਤ ਬਣ ਜਾਏਗੀ। ਤੇ ਉਹ ਆਪਣਾ ਵਕਤ ਨਾ ਜ਼ਾਇਆ ਕਰਨ। ਠੀਕ ਹੈ, ਕੋਸ਼ਿਸ਼ ਜਾਰੀ ਰੱਖੇ, CSS ਦੀ ਤਿਆਰੀ ਕਰ ਰਿਹਾ ਕਰੇ, PCS ਦੀ ਤਿਆਰੀ ਕਰ ਰਿਹਾ, ਗਵਰਨਮੈਂਟ ਜੌਬ, ਐਨੀ ਗਵਰਨਮੈਂਟ ਜੌਬ ਦੀ ਤਿਆਰੀ ਕਰ ਰਿਹਾ ਕਰੇ, ਲੇਕਿਨ ਉਹਦੇ ਨਾਲ ਨਾਲ ਉਹ ਆਪਣੀ ਕੋਈ ਇੰਸਟੀਟਿਊਸ਼ਨ ਪ੍ਰਾਈਵੇਟ ਜੁਆਇਨ ਕਰ ਲੈ ਜਿਹਦੇ ਨਾਲ ਉਹਦਾ ਤਜਰਬਾ ਵਧਦਾ ਰਹੇ। ਤੇ ਜਦੋਂ ਅਸੀਂ ਸਵਾਲ ਕਰ ਰਹੇ ਹਾਂ ਕਿ ਤੂੰ ਪਹਿਲੇ ਕੀ ਕੀਤਾ, ਤਾਂ ਉਹ ਕਹਿੰਦੇ ਨੇ ਜਨਾਬ ਮੈਂ ਇਹ ਡਿਗਰੀ ਲੈ ਕੇ ਤੁਹਾਡੇ ਕੋਲ ਹੀ ਆ ਗਿਆ ਹਾਂ, ਸਿੱਧਾ ਇੱਧਰ ਹੀ ਆ ਗਿਆ। ਸਹੀ। ਤੇ ਉਹ ਇਸ ਤਰ੍ਹਾਂ ਦੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਤੇ ਕੰਮ ਕਰਨ। ਡਾਕਟਰ ਸਾਹਿਬ ਅੱਛਾ, ਇਹਦੇ ਵਿੱਚ ਬੜੀ ਅਹਿਮ ਜਿਹੜੀ ਚੀਜ਼ ਹੈ ਉਹ ਹੈ ਵੇ ਕਿ ਕੋਈ ਵੀ ਕੰਮ ਮੀਨੀਅਲ ਨਹੀਂ ਹੁੰਦਾ, ਉਹ ਇਹ ਨਾ ਉਹਨੂੰ ਬੁਰਾ ਨਾ ਸਮਝਿਆ ਜਾਏ, ਬਿਲਕੁਲ। ਕਿਉਂਕਿ ਇੱਥੋਂ ਦੇ ਲੋਕ ਹੀ ਨੇ ਇਹ ਬੜਾ ਮਸਲਾ ਹੈ। ਜਦੋਂ ਯੂਰਪ 'ਚ ਜਾਂਦੇ ਨੇ ਜਾਂ ਅਮਰੀਕਾ ਜਾਂਦੇ ਨੇ, ਉਹ ਹਰ ਮੀਨੀਅਲ ਕੰਮ ਕਰਨ ਨੂੰ ਤਿਆਰ ਹੁੰਦੇ ਨੇ। ਇੱਥੇ ਉਹ ਆਪਣੀ ਜਿਹੜੀ ਇਹ ਚੌਧਰ ਸਮਝਦੇ ਨੇ ਕਿ ਸਾਡੇ ਜਿਹੜਾ ਸਟੇਟਸ ਤੋਂ ਛੋਟੀ ਨੌਕਰੀ ਹੈ, ਕੱਖ ਭੰਨ ਕੇ ਦੋਰਾ ਨਹੀਂ ਕਰਦੇ, ਕੱਖ ਭੰਨ ਕੇ ਦੋਰਾ ਨਹੀਂ ਕਰਦੇ। ਦੂਸਰਾ ਕੋਈ ਵੀ ਕੰਮ ਜਿਹੜਾ ਹੈ ਉਹਦੇ ਹਰ ਕੰਮ ਦੇ ਵਿੱਚ ਇੱਜ਼ਤ ਹੈ, ਕੰਮ ਦੇ ਵਿੱਚ ਹੀ ਇੱਜ਼ਤ ਹੈ, ਔਰ ਉਹਨੂੰ ਘਟੀਆ ਕੰਮ ਕੋਈ ਵੀ ਨਹੀਂ ਸਮਝਣਾ ਚਾਹੀਦਾ। ਉਹ ਸਵੀਪਰ ਦਾ ਕੰਮ ਹੈ ਤੇ ਉਹ ਵੀ ਉਹ ਕੰਮ ਕਰਦਾ ਹੈ, ਕੰਮ ਕਰਕੇ ਆਖਿਰ ਕਮਾ ਰਿਹਾ ਨਾ, ਜਿਹੜਾ ਮੁਆਸ਼ਰੇ ਦੇ ਵਿੱਚ ਉਹਦਾ ਰੋਲ ਹੈ ਜੀ। ਕੋਈ ਵੀ ਕੰਮ ਹੈ ਉਹਨੂੰ ਬੁਰਾ ਨਾ ਸਮਝਿਆ ਜਾਏ। ਇਹ ਕਲਚਰ, ਇਹ ਜ਼ਿਹਨ ਨੂੰ ਚੇਂਜ ਕਰਨ ਦੀ ਜ਼ਰੂਰਤ ਹੈ ਕਿ ਕੋਈ ਵੀ ਕੰਮ ਜਿਹੜਾ ਹੈ ਉਹ ਘਟੀਆ ਕੰਮ ਨਹੀਂ ਹੈ, ਕੰਮ ਹੈ। ਅਗਰ ਉਹ ਤੁਹਾਡਾ ਰੋਜ਼ਗਾਰ ਦਾ ਜ਼ਰੀਆ ਬਣਦਾ ਹੈ ਤੇ ਬੇਰੋਜ਼ਗਾਰ ਤੋਂ ਬਿਹਤਰ ਹੈ ਕਿ ਤੁਸੀਂ ਕੋਈ ਵੀ ਨੌਕਰੀ ਮਿਲਦੀ ਹੈ, ਕੋਈ ਜਿਹੜਾ ਰੋਜ਼ਗਾਰ ਦਾ ਜ਼ਰੀਆ ਮਿਲਦਾ ਹੈ, ਕੋਈ ਬਿਜ਼ਨਸ ਉਹ ਕਰ ਲਓ ਤੇ ਆਪਣਾ ਐਕਸਪੀਰੀਅੰਸ ਗੈਟ ਕਰ ਲਓ। ਬੜੀ ਖੂਬਸੂਰਤ ਜਿਹੜਾ ਤੁਸੀਂ ਪੁਆਇੰਟ ਹੈ ਤੁਸੀਂ ਦੱਸ ਰਹੇ ਹੋ, ਬਿਲਕੁਲ ਕੋਈ ਵੀ ਕੰਮ ਨਾ ਛੋਟਾ ਨਹੀਂ ਹੁੰਦਾ, ਕੰਮ ਕਰਨ ਨਾਲ ਹੀ ਇਨਸਾਨ ਜ਼ਿੰਦਗੀ 'ਚ ਅੱਗੇ ਵੱਧਦਾ ਤੇ ਕੰਮ ਨਾਲ ਹੀ ਇਨਸਾਨ ਨੂੰ ਇੱਜ਼ਤ ਮਿਲਦੀ ਹੈ। ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਐਸੇ ਲਈ ਐਕਚੁਅਲੀ ਵੇਲੇ ਦੀ ਕਾਟ ਹੈ ਤੇ ਐਸ ਪਰ ਬਹੁਤ ਸ਼ੁਕਰੀਆ। ਇਨਸ਼ਾਅੱਲਾ ਅਗਲੇ ਪ੍ਰੋਗਰਾਮ ਵਿੱਚ ਫਿਰ ਤੁਹਾਨੂੰ ਜ਼ਹਿਮਤ ਦਾਂਗੇ। ਹੋਰ ਬਹੁਤ ਸਾਰੀਆਂ ਗੱਲਾਂ ਨੇ ਲੇਕਿਨ ਵੇਲੇ ਦੀ ਘਾਟ ਦੇ ਵਿੱਚ ਰਹਿ ਗਈਆਂ ਨੇ। ਤੁਹਾਡੀ ਆਮਦ ਦਾ ਬਹੁਤ ਸ਼ੁਕਰੀਆ। ਤੇ ਇੱਥੇ ਦੋਸਤੋ ਇੱਕ ਨਿੱਕੀ ਜਿਹੀ ਬ੍ਰੇਕ ਲਾਂਗੇ, ਬ੍ਰੇਕ ਤੇ ਜਾਵਾਂਗੇ, ਵਾਪਸ ਆਵਾਂਗੇ ਤੇ ਤੁਹਾਨੂੰ ਮਿਲਵਾਵਾਂਗੇ ਇੱਕ ਨਵੇਂ ਪਰੋਣੇ ਦੇ ਨਾਲ। जी नाज़रीन, एक बार फिर तुहानू प्रोग्राम में जी आया कहांगी। मैं तुहाडी अपनी मेज़बान सोनिया शेख, अली उस्मान बाजवा मेरे नाल मौजूद ने। तो जनाब हुण सैगमेंट बदल गया है, परोने बदल गए ने तो हुण वेला होया है तुहाडे अपने पसंदीदा सैगमेंट दा। ते सैगमेंट है जी सूफी सैगमेंट। इहदे विच हमेशा की तरह साडे नाल सूफी स्कॉलर मौजूद ने। और कौन ने तुसीं चंगी तरह जानते हो, डॉक्टर सुबरा सदफ साहिबा साडे नाल मौजूद ने। प्रोग्राम विच तुहानू जी आया। बहुत शुक्रिया। फिर किहड़े सूफी बाबे बारे, उन्हां दी हयाती बारे और उन्हां दी जिंदगी बारे असीं जाणांगे। ਅੱਜ ਅਸੀਂ ਗੱਲ ਕਰਨੀ ਹੈ ਹਜ਼ਰਤ ਮੌਜ ਦਰਿਆ ਬੁਖਾਰੀ। ਅੱਛਾ, ਔਰ ਉਹਨਾਂ ਦਾ ਜਿਹੜਾ ਅਸਲ ਨਾਂ ਹੈ ਉਹ ਮੀਰਾ ਮੁਹੰਮਦ ਸ਼ਾਹ ਹੈ। ਹਜ਼ਰਤ ਮੀਰਾ ਮੁਹੰਮਦ ਸ਼ਾਹ। ਔਰ ਇਹਨਾਂ ਦਾ ਇਹ ਤਖੱਲੁਸ ਹੈ ਮੌਜ ਦਰਿਆ ਬੁਖਾਰੀ ਕਿ ਮੌਜ ਦਰਿਆ ਤੋਂ ਉਹਨਾਂ ਦਾ ਤਖੱਲੁਸ ਹੈ। ਬੁਖਾਰੀ ਤੇ ਜ਼ਾਹਿਰ ਹੈ ਕਿ ਉਹ ਸੈਯਦ ਸਨ ਔਰ ਬੁਖਾਰਾ ਤੋਂ ਆਏ ਸਨ, ਇਸ ਲਈ ਉਹਨਾਂ ਨੂੰ ਕਿਹਾ ਜਾਂਦਾ। ਤੇ ਮੌਜ ਦਰਿਆ ਕਿ ਬੜੇ ਸਖੀ ਔਰ ਬਹੁਤ ਹੀ ਲੋਕਾਂ ਨਾਲ ਮੁਹੱਬਤ ਕਰਨ ਵਾਲੇ, ਇਸ ਲਈ ਲੋਕਾਂ ਨੇ ਲੁਕਾਈ ਨੇ ਇਹ ਲਕਬ ਉਹਨਾਂ ਨੂੰ ਦਿੱਤਾ। ਤੇ ਇਹਨਾਂ ਦੇ ਆਬਾਓ ਅਜਦਾਦ ਜਿਹੜੇ ਨੇ ਉਹ ਬੁਖਾਰਾ ਤੋਂ ਹਿਜਰਤ ਕਰਕੇ ਆਏ ਔਰ ਫਿਰ ਇਹ ਸਿੰਧ ਵਿੱਚ ਪਹਿਲਾਂ ਕੁਝ ਅਰਸਾ ਰਹੇ। ਉਸ ਤੋਂ ਬਾਅਦ ਹਜ਼ਰਤ ਜਲਾਲੁद्दीन ਸੁਰਖ ਜਿਹੜੇ ਕਿ ਖੁਦ ਬਹੁਤ ਬੜੇ ਆਲਮ ਸਨ ਔਰ ਨਾ ਸਿਰਫ ਉਹ ਬਲਕਿ ਇਹਨਾਂ ਦੀ ਹੋਰ ਵੀ ਇਹਨਾਂ ਦੇ ਖਾਨਦਾਨ 'ਚ ਵੱਡੇ ਵੱਡੇ ਸੂਫੀ ਗੁਜ਼ਰੇ ਨੇ ਜਿਨ੍ਹਾਂ ਦਾ ਇਸ ਵੇਲੇ ਤਜ਼ਕਰਾ ਮੁਮਕਿਨ ਨਹੀਂ। ਤੇ ਉੱਥੇ ਸਿੰਧ ਤੋਂ ਬਾਅਦ ਥੋੜ੍ਹੀ ਦੇਰ ਸਿੰਧ ਰਹੇ, ਫਿਰ ਉਸ ਤੋਂ ਬਾਅਦ ਇਹ ਮੁਲਤਾਨ ਆ ਗਏ ਔਰ ਹਜ਼ਰਤ ਬਾਉਦੀਨ ਜ਼ਕਰੀਆ ਦੀ ਆਣ ਕੇ ਤੇ ਸ਼ਾਗਿਰਦੀ ਜਾਂ ਉਹਨਾਂ ਦੀ ਮੁਰੀਦੀ ਵਿੱਚ ਆ ਗਏ ਔਰ ਉੱਥੇ ਜਦੋਂ ਤੱਕ ਉਹ ਜ਼ਿੰਦਾ ਰਹੇ ਉਹਨਾਂ ਦੇ ਕੋਲ ਰਹੇ। ਜਦੋਂ ਰੱਬ ਨੂੰ ਪਿਆਰੇ ਹੋ ਗਏ ਤੇ ਉੱਥੋਂ ਹਿਜਰਤ ਕਰਕੇ ਉੱਚ ਸ਼ਰੀਫ ਚਲੇ ਗਏ ਔਰ ਉੱਥੇ ਹੀ ਹਜ਼ਰਤ ਮੌਜ ਦਰਿਆ 1533 ਨੂੰ ਤਕਰੀਬਨ ਇਹ ਪੈਦਾ ਹੋਏ ਔਰ ਉੱਥੇ ਹੀ ਪਲੇ ਬੜੇ। ਫਿਰ ਬਾਅਦ ਵਿੱਚ ਇਹ ਲਾਹੌਰ ਆ ਗਏ, ਕੋਈ 30-35 ਸਾਲ ਇਹਨਾਂ ਦੀ ਉਮਰ ਹੋਣੀ ਹੈ ਜਦੋਂ ਲਾਹੌਰ ਆਏ ਨੇ। ਤੇ ਫਿਰ ਉਸ ਤੋਂ ਬਾਅਦ ਇਹਨਾਂ ਦੀ ਜ਼ਿੰਦਗੀ ਜਿਹੜੀ ਉਹ ਮੁਖਤਲਿਫ ਮਤਲਬ ਭਾਰਤੀ ਪੰਜਾਬ ਔਰ ਲਾਹੌਰ ਇੱਥੇ ਗੁਜ਼ਰੀ ਹੈ। ਠੀਕ। ਇਹਨਾਂ ਦੀ ਬੁਨਿਆਦੀ ਤਾਲੀਮਾਤ ਦੇ ਬਾਰੇ 'ਚ ਵੀ ਕੁਝ ਦੱਸਦੇ ਚਲੋ। ਜੀ,
ਇਹਨਾਂ ਦੀਆਂ ਬੁਨਿਆਦੀ ਤਾਲੀਮਾਤ ਜਿਹੜੀਆਂ ਨੇ, ਮਸਲਨ ਇੱਕ ਐਸਾ ਸੂਫੀ ਕਿ ਜਿਹੜਾ ਬਾਅਮਲ ਸੂਫੀ ਜੀ, ਯਾਨੀ ਕਿ ਕੰਮ ਕਰਕੇ ਦਿਖਾਣਾ ਔਰ ਲੋਕਾਂ ਨੂੰ ਆਪਣੇ ਨਾਲ ਕੰਮ ਕਰਨ ਵੱਲ ਰਗਬਤ ਕਰਨਾ। ਇਹਨਾਂ ਨੇ ਦਰਸਗਾਹਾਂ ਤਾਮੀਰ ਕੀਤੀਆਂ ਸੀ ਮੁxtਲਿਫ ਸ਼ਹਿਰਾਂ 'ਚ, ਲੇਕਿਨ ਲਾਹੌਰ 'ਚ ਬਹੁਤ ਵੱਡੀ ਦਰਸਗਾਹ ਸੀ, ਉੱਥੇ ਖੁਦ ਪੜ੍ਹਾਉਂਦੇ ਸਨ ਔਰ ਲੋਕਾਂ ਨੂੰ ਤਲਕੀਨ ਕਰਦੇ ਸਨ ਨੇਕੀ ਦੀ, ਜ਼ੁਹਦ, ਯਾਨੀ ਇਹਦੇ 'ਚ ਜਿਹੜੀ ਖਾਸ ਉਹਨਾਂ ਦੀ ਹੈ ਤਬਲੀਗ ਦੀ, ਉਹ 2-3 ਨੁਕਤੇ ਨੇ ਕਿ ਜ਼ੁਹਦ, ਫਕਰ ਔਰ ਸ਼ਰੀਅਤ ਦੇ ਨਾਲ ਤਰੀਕਤ ਦੀ ਗੱਲ ਕਰਨਾ, ਕਿਉਂਕਿ ਮੂਮਨ ਹੁੰਦਾ ਹੈ ਕਿ ਸ਼ਰੀਅਤ ਤੀਕਰ ਲੋਕ ਰਹਿੰਦੇ ਨੇ, ਤਰੀਕਤ ਵੱਲ ਨਹੀਂ ਜਾਂਦੇ, ਜਿਹੜੇ ਕਿ ਅਸਲ ਸ਼ੈ ਰੂਹ ਹੈ, ਤੇ ਤਰੀਕਤ ਦੀ ਤਾਲੀਮ ਦੇਣੀ। ਔਰ ਫਿਰ ਜ਼ੁਹਦ ਔਰ ਫਕਰ ਤੁਸੀਂ ਆਪ ਜਾਣਦੇ ਹੋ ਕਿ ਬੰਦਾ ਜਦੋਂ ਤੱਕ ਕੋਈ ਵੀ ਸੂਫੀ ਇਹਨਾਂ ਦੋਹਾਂ ਚੀਜ਼ਾਂ ਨੂੰ ਨਾ ਆਪਣੇ ਗੱਲ ਨਾਲ ਲਾਏ, ਉਹ ਨਹੀਂ ਹੈ ਦੁਨੀਆਦਾਰੀ ਨਾ ਉਹਦੇ ਕੋਲੋਂ ਹਟਦੀ ਹੈ ਤੇ ਨਾ ਉਹਨੂੰ ਰੱਬ ਦਾ ਜਲਵਾ ਉਹਦੇ ਤੀਕਰ ਪਹੁੰਚਦਾ। ਤੇ ਇਹਨਾਂ ਦੀ ਤਬਲੀਗ ਦੇ ਖਾਸ ਨਿਕਾਤ ਸਨ। ਲੁਕਾਈ ਦੀ ਤੁਸੀਂ ਗੱਲ ਕੀਤੀ, ਉਹਨਾਂ ਦੇ ਤਾਰਫ 'ਚ ਤੁਸੀਂ ਕਿਹਾ ਵੈਸੇ ਵੀ ਸੂਫੀ ਲੁਕਾਈ ਦੇ ਹੀ ਉਹਨਾਂ ਦੀ ਗੱਲ ਕਰਦੇ ਨੇ, ਉਹਨਾਂ ਨਾਲ ਮੁਹੱਬਤ ਵੀ ਕਰਦੇ ਨੇ। ਇਹਨਾਂ ਨੂੰ ਸਪੈਸ਼ਲ ਤੁਸੀਂ ਮੈਂਸ਼ਨ ਕੀਤਾ ਲੁਕਾਈ ਦੇ ਨਾਲ ਜੁੜਤ ਇਹਨਾਂ ਦੀ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਦੱਸੋ ਕਿ ਕਿਸ ਤਰ੍ਹਾਂ ਇਹ ਵੱਖ ਹੁੰਦੇ ਨੇ ਦੂਜੇ ਸੂਫੀਆਂ ਤੋਂ। ਇਹ ਬਿਲਕੁਲ ਅਸਲ 'ਚ ਇਹ ਕਿ ਇਹਨਾਂ ਦੇ ਨਾਲ ਵੀ ਇੱਕ ਕਿੱਸਾ ਇਸ ਗੱਲ ਦੇ ਨਾਲ ਜੁੜਦਾ ਹੈ ਕਿ ਅਕਬਰ ਬਾਦਸ਼ਾਹ ਇੱਕ ਰਿਆਸਤ ਲਈ, ਚਤੌੜ ਰਿਆਸਤ ਲਈ 5 ਮਹੀਨੇ 21 ਦਿਨ ਉਹ ਹਮਲਾ ਕਰਦੇ ਰਹੇ ਔਰ ਉੱਥੇ ਡੇਰਾ ਲਾ ਕੇ ਬੈਠ ਰਹੇ। ਰਾਜਪੂਤਾਂ ਨਾਲ ਉਹਨਾਂ ਦਾ ਮੁਕਾਬਲਾ ਸੀ ਤੇ ਨਾ ਉਹਨੂੰ ਫਤਹ ਕਰ ਸਕੇ। ਫਿਰ ਉਹ ਹਜ਼ਰਤ ਮੌਜ ਦਰਿਆ ਬੁਖਾਰੀ ਕੋਲ ਆਏ ਔਰ ਉਹਨਾਂ ਨੇ ਕਿਹਾ ਦੁਆ ਕਰੋ। ਉਹਨਾਂ ਨੇ ਕਿਹਾ ਕਿ ਤੁਸੀਂ ਜਾਓ, ਉਹਨਾਂ ਦੇ ਕੁਝ ਬਾਸ਼ਿੰਦ ਜਿਹੜੇ ਉੱਤੇ ਕਰਿੰਦੇ ਸਨ ਉਹ ਅਕਬਰ ਦੇ ਕਹਿਣ ਤੇ ਮੌਜ ਦਰਿਆ ਬੁਖਾਰੀ ਉਹਨਾਂ ਕੋਲ ਆਏ। ਇਹਨਾਂ ਨੇ ਕਿਹਾ ਤੁਸੀਂ ਪਹੁੰਚੋ ਤੇ ਮੈਂ ਉੱਥੇ ਆਵਾਂਗਾ ਤੇ ਇਨਸ਼ਾਅੱਲਾ ਫਤਹ ਹੋਵੇਗੀ ਮੁਸਲਮਾਨਾਂ ਦੀ। ਇਹ ਹਲੇ ਆਪਣੇ ਹੀ ਨੇ ਤੇ ਉਸੇ ਰਾਹ ਉਹਨਾਂ ਨੇ ਕਿਹਾ ਅਸੀਂ ਕਿਸ ਤਰ੍ਹਾਂ ਪਛਾਣਾਂਗੇ ਉੱਥੇ। ਉਹਨਾਂ ਨੇ ਕਿਹਾ ਕਿ ਉੱਥੇ ਸਾਰੇ ਖੈਮੇ ਉਖੜ ਜਾਣਗੇ, ਸਿਰਫ ਇੱਕ ਖੈਮਾ ਆਬਾਦ ਹੋਏਗਾ, ਉਹਦੇ ਚਿਰਾਗ ਜਲ ਰਿਹਾ ਹੋਵੇਗਾ, ਉਹ ਮੇਰਾ ਖੈਮਾ ਹੋਵੇਗਾ। ਉਹ ਚਲੇ ਗਏ, ਜਿਸ ਰਾਤ ਉਹ ਗਏ ਉਸੇ ਰਾਤ ਉੱਥੇ ਬੜੀ ਸਖਤ ਨੇਰੀ, ਤੂਫਾਨ ਔਰ ਬਾਰਿਸ਼ ਤੇ ਸਾਰੇ ਖੈਮੇ ਉਖੜ ਪੁਖੜ ਗਏ, ਸਿਰਫ ਇੱਕ ਖੈਮਾ ਬਾਕੀ ਰਹਿ ਗਿਆ, ਉਹਦੇ ਚਿਰਾਗ ਜਲ ਰਿਹਾ ਸੀ। ਅਕਬਰ ਬਾਦਸ਼ਾਹ ਉੱਥੇ ਚੱਲ ਕੇ ਗਿਆ, ਖੁਦ ਦੇਖਿਆ ਤੇ ਉਹ ਇਬਾਦਤ ਕਰ ਰਹੇ ਸਨ ਔਰ ਉਹਨਾਂ ਨੇ ਸਜਦੇ ਵਿੱਚ ਸਨ, ਉੱਠੇ ਤੇ 3 ਵਾਰੀ ਅੱਲਾ 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 ਕਿਹਾ ਔਰ ਅਕਬਰ ਬਾਦਸ਼ਾਹ ਨੂੰ ਕਿਹਾ ਕਿ ਕੱਲ ਤੂੰ ਹਮਲਾ ਕਰੀ ਤੇ ਇਨਸ਼ਾਅੱਲਾ ਤੂੰ ਕਾਮਯਾਬ ਹੋਵੇਂਗਾ। ਅਗਲੇ ਦਿਨ ਅਕਬਰ ਨੇ ਹਮਲਾ ਕੀਤਾ ਔਰ ਕਾਮਯਾਬ ਹੋ ਗਿਆ। ਉੱਥੋਂ ਉਹ ਇਤਨੇ ਮੁਤਾਸਰ ਹੋਏ ਅਕਬਰ ਬਾਦਸ਼ਾਹ ਔਰ ਸਾਰੇ ਲੋਕ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਸਾਡੇ ਕੋਲ ਹੀ ਰਹੋ, ਸਾਡੇ ਨਾਲ ਦਿੱਲੀ ਚੱਲੋ, ਸਾਡੇ ਮਹਿਲ 'ਚ ਰਹੋ। ਔਰ ਉਹਨਾਂ ਨੇ ਕਿਹਾ ਨਹੀਂ ਮੈਂ ਫਕੀਰ ਬੰਦਾ ਆ, ਮੈਨੂੰ ਤੇ ਮੱਲਾਂ ਛੱਲਾਂ 'ਚ ਰਹਿਣਾ ਪਸੰਦ ਨਹੀਂ। ਤੇ ਬੜੇ ਇਸਰਾਰ ਤੋਂ ਬਾਅਦ ਅਕਬਰ ਬਾਦਸ਼ਾਹ ਨੇ ਕਾफ़ੀ ਜਾਗੀਰ ਗੁਰਦਾਸਪੁਰ ਜ਼ਿਲ੍ਹਾ ਔਰ ਅਜਨਾਲਾ ਔਰ ਪਾਕਿਸਤਾਨੀ ਪੰਜਾਬ 'ਚ ਉਹਨਾਂ ਦੇ ਨਾਵੇਂ ਕਰਤੀ। ਔਰ ਇਹ ਜਿਹੜੀ ਤੁਸੀਂ ਲੁਕਾਈ ਦੀ ਗੱਲ ਕਰਦੇ ਹੋ, ਇਹ ਫਿਰ ਸਾਰੀ ਜਾਗੀਰ ਉਹਨਾਂ ਨੇ ਲੁਕਾਈ ਲਈ ਵਕਫ ਕਰਤੀ ਹਜ਼ਰਤ ਮੌਜ ਦਰਿਆ ਬੁਖਾਰੀ ਨੇ। ਆਪਣੇ ਕੋਲ ਕੁਝ ਨਹੀਂ ਉਹਨਾਂ ਨੇ ਰੱਖਿਆ। ਤੇ ਇਹ ਮੇਰੇ ਹਾਲੇ ਇੱਕ ਬੜੀ ਵੱਡੀ ਗੱਲ ਸੀ। ਇਹਦੇ ਵਿੱਚ ਉਹਨਾਂ ਨੇ ਲੰਗਰਖਾਨੇ ਬਣਾਏ ਜਿਹੜੇ ਕਿ ਗੁਰਦਾਸਪੁਰ, ਅਜਨਾਲਾ ਔਰ ਇਸੇ ਤਰੀ ਫਾਲੀਆ ਤੇ ਇਹਦੇ ਆਲੇ ਦੁਆਲੇ ਜਿਹੜੇ ਜ਼ਿਲ੍ਹੇ ਸਨ ਉੱਥੇ ਉਹਨਾਂ ਨੇ ਲੰਗਰਖਾਨੇ ਬਣਾਏ। ਖਸੂਸਨ ਜਿਹੜੀ ਉਹਨਾਂ ਦੀ ਹੁੰਦੀ ਸੀ ਇੱਕ ਜ਼ੋਰ ਸੀ, ਯਾਨੀ ਖੂਹ ਕਢਵਾਏ, ਲੰਗਰਖਾਨੇ ਬਣਵਾਏ ਜਿੱਥੇ ਮਸਕੀਨ ਔਰ ਨਾ ਸਿਰਫ ਇਹ ਕਿ ਜਿਹੜੇ ਮਹਿਮਾਨ ਨੇ ਉਹ ਆਣ ਕੇ ਖਾਣਾ ਖਾਣ, ਜਿਹੜੇ ਲੰਘਦੇ ਵੜਦੇ ਮਤਲਬ ਹੈ ਕਿ ਦੂਰ ਮੁਸਾਫਰ ਜਾ ਰਹੇ ਨੇ ਉਹ, ਬਲਕਿ ਉੱਥੇ ਦੀ ਲੁਕਾਈ ਜਿਹੜੀ ਸੀ, ਉੱਥੇ ਦੇ ਕਰੀਬੀ ਕਸਬਿਆਂ ਦੇ ਪਿੰਡਾਂ ਦੇ ਲੋਕ ਮਾੜੇ ਬੰਦੇ ਵੀ ਉੱਥੋਂ ਆਣ ਕੇ ਖਾਣਾ ਖਾਂਦੇ ਸੀ। ਕਿਸੇ ਵੀ ਨਸਲ ਔਰ ਕਿਸੇ ਵੀ ਮਜ਼ਹਬ ਨਾਲ ਉਹਨਾਂ ਦਾ ਤਾਲੁਕ। ਤੇ ਮੇਰੇ ਹਾਲੇ ਇੱਕ ਬੜੀ ਵੱਡੀ ਗੱਲ ਸੀ, 1 ਮੀਲ ਤੇ ਉਹ ਵਾਕਿਆ ਸੀ ਜਿਹਦੇ ਵਿੱਚ ਬਹੁਤ ਵੱਡਾ ਲੰਗਰਖਾਨਾ, ਮਦਰਸਾ ਔਰ ਫਿਰ ਫਕੀਰਾਂ ਤੇ ਦਰਵੇਸ਼ਾਂ ਦੀ ਰਿਹਾਇਸ਼ਾਂ, ਮਹਿਮਾਨ ਖਾਨੇ ਕਿ ਜਿਹੜੇ ਉੱਥੇ ਲੋਕ ਆਉਂਦੇ ਸਨ ਤੇ ਬਹੁਤ ਵੱਡਾ ਉਹਨਾਂ ਦਾ ਸਿਲਸਿਲਾ ਸੀ। ਤੇ ਇਹਦੇ ਵਿੱਚ ਲੰਗਰ ਉਹਨਾਂ ਦਾ ਹਮੇਸ਼ਾ ਆਬਾਦ ਰਹਿੰਦਾ ਸੀ। ਔਰ ਮੇਰਾ ਖਿਆਲ ਹੈ ਕਿ ਲੁਕਾਈ ਦੀ ਸਭ ਤੋਂ ਵੱਡੀ ਖਿਦਮਤ ਜਿਹੜੀ ਹੈ ਨਾ, ਉਹ 2 ਹੀ ਚੀਜ਼ਾਂ ਨੇ। ਇੱਕ ਉਹਨਾਂ ਦੀ ਢਿੱਡ ਦੀ ਭੁੱਖ ਦਾ ਇਲਾਜ ਕਰਨਾ ਕਿ ਉਹਨਾਂ ਰੋਟੀ ਲੱਭੇ ਤੇ ਇੱਕ ਛੱਤ ਲੱਭੇ। ਤੇ ਇਹਨਾਂ ਦੋਵਾਂ ਵੱਲ ਉਹਨਾਂ ਨੇ ਮੌਜ ਦਰਿਆ ਬੁਖਾਰੀ ਨੇ ਹਮੇਸ਼ਾ ਇਹਦੀ ਤਲਕੀਨ ਵੀ ਕੀਤੀ ਔਰ ਅਮਲੀ ਤੌਰ ਤੇ ਕੰਮ ਕੀਤਾ। ਔਰ ਬਹੁਤ ਉਹਨਾਂ ਨੇ ਇਸ ਹਵਾਲੇ ਨਾਲ ਜਿਹੜਾ ਉਹਨਾਂ ਦਾ ਕੰਮ ਹੈ, ਮੇਰੇ ਖਿਆਲ ਹੈ ਕਿ ਸਾਰੇ ਸੂਫੀਆਂ ਵਿੱਚ ਸਾਨੂੰ ਸਿਰਕੜਮਨ ਦਿਸਦਾ ਹੈ। ਅੱਛਾ ਮੈਡਮ, ਉਹਨਾਂ ਨੂੰ ਇਸ ਰਸਤੇ 'ਚ ਸੂਫੀਜ਼ਮ ਦੇ ਤੇ ਲੁਕਾਈ ਦੇ ਰਸਤੇ 'ਚ ਕਿੰਨਾ ਮੁਸ਼ਕਿਲਾਤ ਦਾ ਸਾਹਮਣਾ ਕਰਨਾ ਪਿਆ ਸੀ ਉਸ ਟਾਈਮ ਤੇ, ਉਹ ਵੀ ਦੱਸਦੇ ਚਲੋ। ਹਾਂ, ਤੁਸੀਂ ਦੇਖੋ ਕਿ 1533 16ਵੀਂ ਸਦੀ ਦੀ ਅਸੀਂ ਗੱਲ ਕਰ ਰਹੇ ਹਾਂ ਤੇ ਉਸ ਵੇਲੇ ਕੋਈ ਮੁਸਲਮਾਨਾਂ ਦੀ ਐਡੀ ਜ਼ਿਆਦਾ ਤਾਦਾਦ ਤੇ ਨਹੀਂ ਸੀ ਪੰਜਾਬ 'ਚ ਜਾਂ ਬਰਸਗੀਰ 'ਚ। ਤੇ ਜਿਹੜੇ ਵੀ ਸਾਡੇ ਬਜ਼ੁਰਗ ਆਉਂਦੇ ਸਨ ਮੁਸਲਮਾਨ, ਉਹਨਾਂ ਨੂੰ ਤਕਲੀਫਾਂ ਤੇ ਹੁੰਦੀਆਂ ਸੀ।
ਔਰ ਜਿਹੜੇ ਇੱਥੇ ਦੇ ਜ਼ਰਾ ਡਾਢੇ ਰਾਜੇ ਔਰ ਬਾਕੀ ਕੌਮਾਂ ਦੇ ਲੋਕ ਹੁੰਦੇ ਸਨ, ਯਾਨੀ ਰਾਜ ਕਰ ਰਹੇ ਸਨ ਜਿਹੜੇ, ਤੋਂ ਪਸੰਦ ਨਹੀਂ ਕਰਦੇ ਸਨ ਕਿ ਕੋਈ ਹੋਰ ਬੰਦਾ ਜਿਹੜਾ ਹੈ ਉਹ ਉਹਦੀ ਵਡਿਆਈ ਨੂੰ ਤਸਲੀਮ ਕੀਤਾ ਜਾਏ। ਬਹੁਤ ਸ਼ੁਕਰੀਆ ਮੈਡਮ। ਅਗਲੇ ਕਿਸੇ ਪ੍ਰੋਗਰਾਮ ਵਿੱਚ ਸ਼ੁਕਰੀਆ। ਫਿਰ, ਬਲਕਿ ਅਗਲੇ ਕਿਸੇ ਚ ਨਹੀਂ, ਅਗਲੇ ਹੀ ਪ੍ਰੋਗਰਾਮ ਵਿੱਚ ਫਿਰ ਅਸੀਂ ਕਿਸੇ ਹੋਰ ਸੂਫੀ ਬਾਬੇ, ਕਿਸੇ ਐਸੇ ਲੋਕ, ਅੱਲਾ ਲੋਕ ਦੀ ਗੱਲ ਜ਼ਰੂਰ ਅਸੀਂ ਕਰਾਂਗੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਨਾਜ਼ਰੀਨ, ਵੇਲਾ ਹੋ ਗਿਆ ਹੁਣ ਇੱਕ ਨਿੱਕੀ ਜੀ ਬ੍ਰੇਕ ਦਾ। ਤੁਸੀਂ ਜਾਣਾ ਕਿਤੇ ਨਹੀਂ, ਰਹਿਣਾ ਸਾਡੇ ਨਾਲ ਹੈ। जी नाजरीन, मुड़ के वापस आ गए हैं। अली उस्मान बाजवा मेरा नाम है, प्रोग्राम का नाम है अज दा मेहमान और मेरे नाल सोनिया शेख मौजूद ने। और जिवें असीं पहले गल कीती सी कि गर्मियां दे दिहाड़े बड़े मज़ेदार हुंदे ने, इहदे च फल भी आउंदे ने और फलां दा बादशाह भी तुसीं खांदे हो, लेकिन वो जदों खा लैंदे हो तो उस तो बाद चेहरे दे उत्ते दाने भी बन जाते हैं। सो जिथे मौसम दी सख्ती हुंदी है उहनूं असीं इंजॉय भी करने आ, ते गर्मी विच काफ़ी एक मसाइल स्किन दे हवाले नाल काफ़ी रहिंदे ने सानूं ते इसे करके एक मेहमान असी बुलाए ने जिहड़े कि स्किन के हवाले नाल स्पैशली गल करनगे। डर्माटोलॉजिस्ट ने, कॉस्मेटोलॉजिस्ट ने, ना इन्हां दा डॉक्टर शुमाइल वकास जी। आए नूं कहने जी आए। कैसी तबीयत है तुहाडी? बिल्कुल ठीक, तुसी ठीक हो? ये वाकई गर्मी दे विच मैडम स्किन दे मसाइल वध जांदे ने? जी बिल्कुल वध जांदे ने। गर्मी दे विच अल्लाह ताला दी तरफों भी एक कुदरती निज़ाम है स्किन दा अपना एक तेल पैदा होण दा, जिहड़ा जो जिहदे ग्लैंड्स हुंदे ने वो गर्मी च ज़्यादा एक्टिव हो जाते हैं तो फिर ज़्यादा तेल बनता है। अच्छा। इस वास्ते गर्मी भी ज़्यादा लगती है तो मूँह के उत्ते, जिसम के उत्ते तेल ज़्यादा बनने लगता है। हाँ अच्छा डॉक्टर साहब, जिवें तुसीं दस्सिया कि किस तरह जिहड़ा ना इस मौसम विच स्किन के मसाइल वध जाते हैं, जी मैनूं ये दसो कि मेरे कुछ जानने वाले ने, कुछ लोग ने जिन्हां दे इस मौसम के स्पैशली स्किन ते दाने निकल आते हैं जी, तो वो किस तरह इस चीज़ को स्किन तो हटा सकते हैं, कम कर सकते हैं, अपनी स्किन का ख्याल रख सकते हैं? जी बिल्कुल, जिस तरह मैं दस्या कि गर्मी च तेल की मिकदार ज़्यादा हो जाती है तो उन्होंने कंट्रोल करना चाहिए। एक गलत कॉन्सैप्ट है साडे आवाम च कि गर्मी च मॉइस्चराइजर नहीं लगाईदा नमी वास्ते। ये बड़ा एक अहम, हाँ ये मिसकनसैप्शन है, इन्हू दूर करना चाहिए क्योंकि गर्मी च भी ते ऑयली स्किन दे उत्ते भी तुहानू मॉइस्चराइजर की जरूरत है। सिर्फ यह पता होना चाहिए कि वो मॉइस्चराइजर जड़ा है ऑयल बेस्ड ना होए, वाटर बेस्ड होए। अच्छा। वाटर बेस्ड मॉइस्चराइजर गर्मी च भी लगाना जरूरी है, इंपॉर्टेंट है। फिर यदी वजह तो ही जड़े ना ऑयल की जड़ी मिकदार है वो मुनासिब रहेगी, ज़्यादा ऑयल की प्रोडक्शन नहीं होएगी स्किन के उत्ते, तो स्किन बहुत सारे मसाइल तो बची रहेगी, तो दाने या एक्नी जिन्होंने असीं कहते हैं, पिंपल्स भी कहते हैं, वो घट तो घट बनते घट तो घट होंगे। क्लिनजिंग करना बड़ा जरूरी है स्किन की। अच्छा। जो ऑयल जड़ा है, तेल है, वो स्किन के ऊपर ही जमा रहेगा, रोशनी पेगी, हीट पेगी तो वो इन्फेक्शन हो जाएगी तो फिर पिंपल बननगे। तो तुसीं उन्होंने साफ करो, टाइम टू टाइम उन्होंने साफ करो, अपनी जिल्द दे उत्तों उतारो, चेहरे नूं बार बार पानी नाल धोवो या फेस वॉश नाल धोवो या साबुन नाल धोवो ते क्लिनजिंग करो। क्लिनजर भी जड़ा है ऑयली स्किन के उत्ते वो वाटर बेस्ड होना चाहिए, फिर ही वो सही काम करता है। अच्छा, क्लीनिजिंग भी कर दे स्किन नु नाल जी। ते ए जरूरी होए क्लीनिजर जड़ा वाटर बेस्ड, Water ऑयल based बेस्ड। होए। अच्छा, ऑयली स्किन वास्ते। जी। अच्छा, ਇਹਦੇ ਨਾਲ ਇਹ ਦੱਸੋ ਕਿ ਜਿਵੇਂ ਗਰਮੀਆਂ ਦਾ ਮੌਸਮ ਹੈ, ਕੁਝ ਲੋਕ ਸਨ ਬਲੌਕ ਯੂਜ਼ ਕਰਦੇ ਨੇ ਬਾਹਰ ਨਿਕਲਣ ਤੋਂ ਪਹਿਲਾਂ, ਤੇ ਇਹ ਠੀਕ ਹੈ ਅਮਲ, ਸਨ ਬਲੌਕ ਕਰ ਲੈਣਾ ਚਾਹੀਦਾ ਯੂਜ਼, ਜਾਂ ਫਿਰ ਇਹਦੇ ਨਾਲ ਕੋਈ ਹੋਰ ਅਲਟਰਨੇਟ ਚੀਜ਼ ਹੈ ਉਹ ਇਸਤੇਮਾਲ ਕਰਨੀ ਚਾਹੀਦੀ ਹੈ? गर्मी होए या सर्दी होए, तुसी इंडोर होवो या तुसी आउटडोर बाहर हो, सन ब्लॉक की जरूरत अज हर एक नूं है। ਸਹੀ। मेल नूं भी है, फीमेल नूं भी है, तो जिस तरह ही साडी बालिग उम्र शुरू होंदी है सब नूं सन ब्लॉक की जरूरत है, क्योंकि पहले सन दियां रेज या छुआवां सिर्फ सन तो आंदियां सन। हुण असीं छत दे उपर भी जड़े बल्ब ते लाइटां लगा लित्तियां ना, उहदे विच भी सन दी रेज उस तरह ही है, बल्कि बहुत करीब है। अच्छा। तो उस स्किन नूं उस तरह खराब करदियां ने। इस वास्ते इंडोर भी अंदर रहंदियां होयां भी जड़ियां खवातीन कहंदियां असीं घर च आं, असीं ते बाहर ही नहीं जांदे, या कुछ जॉब वाली खवातीन ऐसे जो कहंदे कि असीं सारा दिन ते बंद कमरियां च काम करने हैं, IT कंप्यूटर च काम करने हैं, बैंकां च काम करने हैं, तो सानू सन ब्लॉक की जरूरत है। उन्हां नूं भी इस तरह जरूरत है, क्योंकि आवाम नूं ये दसना बहुत जरूरी है कि अंदर बैठे भी असीं उस तरह एक्सपोज्ड हाँ UV रेज तो, जो कि सन दियां छुआवां ने, सूरज दियां यानी छुआवां। टंगस्टन लाइट ਜਿਹੜੀ ਹੁੰਦੀ ਹੈ ਉਹ जी ਡੈਮੇਜ बिल्कुल ਕਰ ਸਕਦੀ बिल्कुल, ਤੁਹਾਡੇ जिन्नियां UV रेज वाली लाइट्स आ गई हुई ने, एनर्जी सेवर्स ने, इन्हां सब दे अंदर वही छुआवां ने। अच्छा डॉक्टर साहब, हाइड्रेशन डिहाइड्रेशन ਦੀ ਅਕਸਰ ਗੱਲ ਹੁੰਦੀ ਹੈ ਔਰ ਗਰਮੀ 'ਚ ਤਾਂ ਕਿਹਾ ਜਾਂਦਾ ਹੈ ਕਿ ਤੁਸੀਂ ਹਾਈਡਰੇਟ ਰਹੋ,
ਇੱਕ ਤੇ ਸਾਨੂੰ ਤਰੀਕਾ ਪਤਾ ਲੱਗ ਗਿਆ ਕਿ ਪਾਣੀ ਪਾਣੀ ਜ਼ਿਆਦਾ ਪੀਣਾ ਹੈ ਐਸ ਕੰਪੇਅਰ ਟੂ ਵਿੰਟਰਸ। ਬਾਹਰ ਜਿਹੜਾ ਅਸੀਂ ਮੂੰਹ ਦੇ ਉੱਤੇ ਚੀਜ਼ਾਂ ਲਾਣੀਆਂ ਨੇ ਰਾਤ ਨੂੰ ਸੌਣ ਤੋਂ ਪਹਿਲੇ ਵੀ, ਜਾਂ ਹੋਰ ਕੀ ਤਰੀਕੇ ਅਜ਼ਮਾਏ ਜਾ ਸਕਦੇ ਨੇ, ਹੋਮ ਰੈਮੇਡੀਜ਼ ਵਗੈਰਾ ਜਿਹੜੀਆਂ ਹੁੰਦੀਆਂ ਨੇ, ਜੀ ਕਿਸ ਤਰ੍ਹਾਂ ਉਹਨੂੰ ਅਸੀਂ ਹਾਈਡਰੇਟ ਰੱਖ ਸਕਦੇ ਹਾਂ ਆਪਣੀ ਸਕਿਨ ਨੂੰ? ਜੀ ਬਿਲਕੁਲ ਤੁਸੀਂ ਦਰੁਸਤ ਕਿਹਾ ਕਿ ਤੁਸੀਂ ਪਾਣੀ ਪੀਣਾ ਹੈ। ਮਸਲਾ ਇਹ ਹੈ ਕਿ ਸਾਨੂੰ ਜਦੋਂ ਪਿਆਸ ਲੱਗਦੀ ਹੈ ਅਸੀਂ ਪਾਣੀ ਸਿਰਫ ਉਦੋਂ ਹੀ ਪੀਣਾ ਹੈ, ਜਿਹਦਾ ਕਿ ਇਨਸਾਨੀ ਜਿਸਮ ਦੀ ਜ਼ਰੂਰਤ ਹੈ ਕਿ ਗਰਮੀਆਂ ਹੈ ਜਾਂ ਸਰਦੀਆਂ ਹੈ ਉਹਨੂੰ 3 ਤੋਂ 4 ਲੀਟਰ ਪਾਣੀ ਦੀ ਜ਼ਰੂਰਤ ਹੈ ਹੀ ਹੈ, ਕਿਉਂਕਿ ਤੁਹਾਡੇ ਚਿਹਰੇ ਤੋਂ ਲੈ ਕੇ ਤੇ ਬਾਕੀ ਸਾਰੇ ਜਿਸਮ ਜਿਹਦੇ ਚ ਪੱਠੇ ਵੀ ਨੇ, ਸਕਿਨ ਵੀ ਨੇ, ਅੰਦਰੂਨੀ ਅਜ਼ਾ ਵੀ ਨੇ, 70% ਉਹਨਾਂ ਸਾਰਿਆਂ ਦਾ ਵਾਸ਼ ਹੋਣਾ, ਸਾਫ਼ ਹੋਣਾ, ਹਾਈਡਰੇਟ ਹੋਣਾ, ਪਾਣੀ ਉਹਨਾਂ ਨੂੰ ਪਹੁੰਚੇਗਾ, ਤਕਵੀਅਤ ਮਿਲੇਗੀ, ਮੋਇਸਚਰ ਮਿਲੇਗਾ ਤੇ ਫੇਰ ਹੀ ਉਹਨਾਂ ਦੀ ਅਸਲੀ ਹਾਲਤ ਬਰਕਰਾਰ ਰਹੇਗੀ। ਤੇ ਗਰਮੀਆਂ 'ਚ ਤੇ ਇਨਸਾਨ ਨੂੰ ਪਿਆਸ ਲੱਗਦੀ ਪਾਣੀ ਤੇ ਉਹ ਪੀ ਲੈਂਦਾ ਹੈ, ਲੇਕਿਨ ਬੈਰੂਨੀ ਤੌਰ ਤੇ ਕਿਉਂਕਿ ਸੂਰਜ ਦੀਆਂ ਛਾਵਾਂ ਜ਼ਿਆਦਾ ਨੇ, ਉਹਨਾਂ ਦੀ ਹੀਟ ਜ਼ਿਆਦਾ ਹੈ ਤੇ ਸਕਿਨ ਉਤੋਂ ਡੀਹਾਈਡਰੇਟ ਰਹਿੰਦੀ ਹੈ। ਇਹਦੇ ਵਾਸਤੇ ਕੋਈ ਨਾ ਕੋਈ ਅੱਛੇ ਮੋਇਸਚਰਾਈਜ਼ਰ ਬੇਸਡ ਕਰੀਮਸ, ਲੋਸ਼ਨਸ, ਤੁਸੀਂ ਐਸੀ ਕੋਈ ਨਾ ਕੋਈ ਚੀਜ਼ ਲਗਾ ਕੇ ਰੱਖੋ, ਠੀਕ ਹੈ। ਅਗਰ ਉਹੀ ਗੱਲ ਹੈ ਕਿ ਜੇ चिकनाई वाली स्किन है तो तुसी पानी वाले मॉइस्चराइजर्स लगाओ, अगर लेकिन गर्मियां च भी बहुत सारे लोग ऐसे ने जिन्हां दी डिहाइड्रेटेड स्किन है, ड्राई स्किन है, खुश्क स्किन है, वो ऑयल बेस्ड मॉइस्चराइजर्स भी लगा सकते हैं। तो उस तो इलावा घर दी रेमेडीज़ दी तुसी गल कीती ते अजकल जिन्ने जूस वाले फल मौजूद ने, पहले थोड़ी देर पहले अंबां दा इस्तेमाल हो रहा सी, जिक्र हो रहा सी, फलों दे विच बहुत सारे विटामिन्स ने। अगर असीं फल खा रहे हैं तो पूरी बॉडी ਨੂੰ ਮਿਲਣ ਤੋਂ ਬਾਅਦ ਜੋ ਥੋੜਾ ਬਹੁਤ ਵਿਟਾਮਿਨ ਬਚੇਗਾ ਤਾਂ ਸਕਿਨ ਤੇ ਆਏਗਾ ਤੇ ਇਹ ਬਹੁਤ ਹੀ ਅੱਛਾ ਹੋ ਜਾਏਗਾ ਜੇ ਅਸੀਂ ਉਹੀ ਫਲ ਖਾਈਏ ਤੇ ਨਾਲ ਉਹਨਾਂ ਦਾ ਜੂਸ, ਉਹਨਾਂ ਦਾ ਪਲਪ ਅਸੀਂ ਆਪਣੇ ਚਿਹਰੇ ਦੇ ਉੱਤੇ, ਆਪਣੇ ਹੱਥਾਂ ਦੇ ਉੱਤੇ, ਆਪਣੀ ਸਕਿਨ ਦੇ ਉੱਤੇ ਲਗਾ ਲਈਏ ਔਰ ਡਾਇਰੈਕਟ ਵੀ ਐਬਜ਼ੌਰਪਸ਼ਨ ਹੋ ਜਾਂਦੀ ਹੈ ਵਿਟਾਮਿਨਸ ਦੀ, ਤਾਂ ਬਹੁਤ ਅੱਛਾ ਹਾਈਡਰੇਸ਼ਨ ਮੇਨਟੇਨ ਹੋ ਜਾਂਦੀ ਹੈ ਸਕਿਨ। ਅੱਛਾ ਡਾਕਟਰ ਇਸਮਾਈਲ, ਇਹ ਠੀਕ ਹੈ, ਇਹ ਗੱਲ ਸਹੀ ਹੈ ਤੁਹਾਡੀ, ਲੇਕਿਨ ਇਹ ਮੈਂ ਇੱਥੇ ਹੀ ਇੱਕ ਗੱਲ ਪੁੱਛਦੀ ਚਲਾਂ ਤੁਹਾਡੇ ਕੋਲੋਂ। ਕੁਝ ਫੀਮੇਲ ਨੇ ਜਿਹੜੀਆਂ ਚਲੋ ਘਰ ਰਹਿੰਦੀਆਂ ਨੇ, ਉਹ ਖਾਣਾ ਪਕਾਇਆ ਨਾਲ ਬਣਾ ਲਿਆ, ਕੁਝ ਖਾਦਾ ਤੇ ਚਲੋ ਨਾਲ ਲਗਾ ਲਿਆ, ਲੇਕਿਨ ਹੁਣ ਕੁਝ ਪ੍ਰੋਫੈਸ਼ਨਲ ਫੀਮੇਲ ਨੇ, ਜਿਵੇਂ ਤੁਸੀਂ ਬਾਹਰ ਹੋ, ਮੈਂ ਬਾਹਰ ਹਾਂ, ਇੰਨਾ ਟਾਈਮ ਨਹੀਂ ਮਿਲਦਾ, ਠੀਕ ਹੈ, ਉਹ ਫਿਰ ਉੱਤੋਂ ਉਹਨਾਂ ਨੇ ਮੇਕਅਪ ਵੀ ਕਰਨਾ ਹੁੰਦਾ ਹੈ, ਉਹ ਸਕਿਨ ਦਾ ਐਕਸਟਰਾ ਜਿਹੜਾ ਉਹ ਇਫੈਕਟ ਹੁੰਦਾ ਹੈ, ਤੇ ਇਸ ਚੀਜ਼ ਨੂੰ ਸਕਿਨ ਨੂੰ ਕਿਸ ਤਰ੍ਹਾਂ ਉਹ ਮੋਇਸਚਰਾਈਜ਼ ਵੀ ਰੱਖ ਸਕਦੀਆਂ ਨੇ ਜੇ ਕਾਰਡਸ ਹਨ ਤੇ ਮੂੰਹ ਤੋਂ, ਤੇ ਸਕਿਨ ਜਿਹੜੀ ਨਾ ਫਰੈਸ਼ ਰਵੇ, ਮਤਲਬ ਇਹ ਵੀ ਦੱਸਦੀ ਚਲੋ ਕਿ ਕੁਦਰਤੀ ਜਿਹੜੇ ਟੋਟਕੇ ਕਰਨ ਦਾ ਟਾਈਮ ਨਹੀਂ ਹੈ ਤੇ ਫਿਰ ਉਹ ਕਿਸ ਤਰ੍ਹਾਂ ਲੈ ਕੇ ਚੱਲਣ? ਨਹੀਂ ਦੇਖੋ, ਇਸ ਗੱਲ ਤੋਂ ਮੈਂ ਐਗਰੀ ਨਹੀਂ ਕਰਾਂਗੀ 100% ਕਿ ਟਾਈਮ ਨਹੀਂ ਹੈ, ਕਿਉਂਕਿ ਤੁਹਾਡੀ ਸਕਿਨ 24 ਘੰਟਿਆਂ 'ਚ ਸਿਰਫ 4 ਮਿੰਟ ਦਾ ਟਾਈਮ ਤੁਹਾਡੇ ਕੋਲ ਮੰਗਦੀ ਹੈ। ਅਗਰ ਤੁਸੀਂ ਜਿੰਨਾ ਵੀ ਵਰਕਿੰਗ ਹੋ, ਸਾਰੀ ਵਰਕਿੰਗ ਖਵਾਤੀਨ ਮੇਰੀਆਂ ਅੱਛੀਆਂ ਭੈਣਾਂ ਵਾਸਤੇ ਇਹ ਗੱਲ ਹੈ ਕਿ ਤੁਸੀਂ ਜਿੰਨਾ ਵੀ ਵਰਕਿੰਗ ਹੋ, 8 ਘੰਟੇ 10 ਘੰਟੇ ਵਰਕਿੰਗ ਕਰਦੇ ਹੋ, 8 ਘੰਟੇ ਤੁਸੀਂ ਸੌਂਦੇ ਹੋ, ਤੇ ਫਿਰ ਵੀ ਸਾਡੇ ਕੋਲ 4-6 ਘੰਟੇ ਬਚਦੇ ਨੇ। ਉਹਦੇ 'ਚ ਅਗਰ ਤੁਸੀਂ 4 ਮਿੰਟ ਆਪਣੀ ਸਕਿਨ ਨੂੰ ਦੇ ਦਿੰਦੇ ਹੋ ਤੇ ਉਹ ਕਾਫੀ ਹੈ। ਉਹ 4 ਮਿੰਟ 'ਚ ਤੁਸੀਂ ਸਵੇਰੇ ਆਪਣੇ ਚਿਹਰੇ ਦੇ ਉੱਤੇ ਸਨ ਬਲੌਕ ਲਗਾਉਣਾ ਹੈ, ਸ਼ਾਮ ਨੂੰ 1 ਤੋਂ 1.5 ਤੋਂ 2 ਮਿੰਟ ਦੀ ਤੁਸੀਂ ਕਲੀਨਜ਼ਿੰਗ ਕਰਨੀ ਹੈ, ਤੇ ਰਾਤ ਨੂੰ ਤੁਸੀਂ ਸੌਣ ਤੋਂ ਪਹਿਲੇ ਚਿਹਰਾ ਧੋ ਕੇ ਜਾਂ ਸਾਫ਼ ਕਰਕੇ ਆਪਣੀ ਸਕਿਨ ਦੇ ਹਿਸਾਬ ਤੇ ਏਜ ਦੇ ਹਿਸਾਬ ਨਾਲ ਮੋਇਸਚਰਾਈਜ਼ਰ ਲਗਾਉਣਾ ਹੈ। ਉਹ ਮੋਇਸਚਰਾਈਜ਼ਰ ਜਿਹੜਾ ਹੈ ਉਹ ਫਰੂਟ ਬੇਸਡ ਵੀ ਹੋ ਸਕਦਾ ਹੈ, ਉਹ ਤੁਹਾਡੀਆਂ ਕਰੀਮਾਂ ਵੀ ਹੋ ਸਕਦੀਆਂ ਨੇ, ਉਹ ਤੁਹਾਡੀ ਐਂਟੀ ਏਜਿੰਗ ਕਰੀਮ ਵੀ ਹੋ ਸਕਦੀ ਹੈ, ਜੋ ਸਕਿਨ ਦੀ ਡਿਮਾਂਡ ਹੈ ਉਹਦੇ ਮੁਤਾਬਿਕ ਚੀਜ਼ ਰੱਖੋ। ਯਾਨੀ ਨਾਈਟ ਦੀਆਂ ਕਰੀਮਾਂ ਜਿਵੇਂ ਹੁੰਦੀਆਂ ਨੇ ਜਾਂ ਇਸ ਤਰ੍ਹਾਂ ਦੀ ਪ੍ਰੋਡਕਟਸ ਹੁੰਦੀਆਂ ਨੇ, ਉਹ ਵਰਤੀਆਂ ਜਾ ਸਕਦੀਆਂ ਨੇ। ਅੱਜ ਕੱਲ੍ਹ ਬਹੁਤ ਚੱਲ ਰਹੀਆਂ ਨੇ ਨਾਈਟ ਕਰੀਮ। ਨਾਈਟ ਕਰੀਮਾਂ ਦੇਖੋ ਇਸ ਤਰ੍ਹਾਂ ਹੀ ਹੈ ਨਾ ਕਿ ਪਹਿਲੇ ਜਿਸ ਤਰ੍ਹਾਂ ਦੀ ਏਜਿੰਗ ਹੁੰਦੀ ਸੀ ਹੁਣ ਉਸ ਤਰ੍ਹਾਂ ਨਹੀਂ ਹੈ। ਉਸ ਤੋਂ 10-12 ਸਾਲ ਪਹਿਲੇ ਹੀ ਏਜਿੰਗ ਉਮਰ बढ़ती ਜਾਂਦੀ ਹੈ ਤੇ ਤੁਹਾਨੂੰ ਚਿਹਰੇ ਦੇ ਉੱਤੇ ਰਿੰਕਲਸ ਆਉਣਾ ਸ਼ੁਰੂ ਹੋ ਜਾਂਦੇ ਨੇ, ਸਕਿਨ ਜਿਹੜੀ ਹੈ ਖੁਰਦਰੀ ਹੋ ਜਾਂਦੀ ਹੈ, ਡਲ ਹੋ ਜਾਂਦੀ ਹੈ, ਕੰਪਲੈਕਸ਼ਨ ਨੀਚ ਨਹੀਂ ਰਹਿੰਦਾ ਹੈ। ਤਾਂ ਉਹਦੇ ਵਾਸਤੇ ਸਾਨੂੰ ਉਸ ਹਿਸਾਬ ਨਾਲ ਕੇਅਰ ਵੀ बढ़ਾਉਣੀ ਪੈਂਦੀ ਹੈ। ਤਾਂ ਤੁਹਾਡੀ ਸਕਿਨ ਸਿਰਫ ਤੁਹਾਡੇ ਕੋਲ 4 ਮਿੰਟ ਮੰਗਦੀ ਹੈ। ਅਗਰ ਤੁਸੀਂ ਉਹ 4 ਮਿੰਟ ਮੈਨੇਜ ਕਰ ਲੈਂਦੇ ਹੋ, ਬੇਸ਼ੱਕ ਤੁਸੀਂ ਬੈਰੂਨੀ ਪ੍ਰੋਡਕਟਸ ਨਾਲ ਕਰੋ ਜਾਂ ਘਰ ਦੀ ਰੈਮੇਡੀਜ਼ ਨਾਲ ਕਰੋ, ਤੇ ਤੁਹਾਡੀ ਸਕਿਨ ਬਿਲਕੁਲ ਖੁਸ਼ ਰਹੇਗੀ। ਅੱਛਾ ਠੀਕ ਹੈ ਡਾਕਟਰ ਸਾਹਿਬ, ਵਿਟਾਮਿਨ ਈ ਦਾ ਬੜਾ ਜ਼ਿਕਰ ਅੱਜ ਕੱਲ੍ਹ ਚੱਲ ਰਿਹਾ ਬੱਚਿਆਂ ਦੇ ਵਿੱਚ, ਨੌਜਵਾਨਾਂ ਦੇ ਵਿੱਚ, ਕੀ ਇਹ ਵਾਕਈ ਹੈਲਪਫੁਲ ਹੈ ਫॉर योर जी स्किन? बिल्कुल हेल्पफुल है। विटामिन ई बेसिकली एंटीऑक्सीडेंट है, एंटी एजिंग ऑयल है, ठीक है, ਜਿਹੜਾ ਕੁਦਰਤੀ ਤੌਰ ਤੇ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਤੋਂ ਮਿਲ ਜਾਂਦਾ ਹੈ। ਜਿਹੜਾ ਅਸੀਂ ਡਰਾਈ ਫਰੂਟਸ ਖਾਂਦੇ ਆ ਉਹਦੇ ਚੋਂ ਮਿਲ ਜਾਂਦਾ ਹੈ। ਕੁਝ ਸਾਡੀਆਂ ਸਬਜ਼ੀਆਂ ਨੇ ਜਿਨ੍ਹਾਂ ਦੇ ਵਿੱਚ ਵਿਟਾਮਿਨ ਈ ਬਹੁਤ ਅੱਛੀ ਮਿਕਦਾਰ 'ਚ ਮਿਲਦਾ ਹੈ। ਔਰ ਵੈਸੇ ਵਿਟਾਮਿਨ ਈ ਦਾ ਇਸਤੇਮਾਲ ਪਹਿਲੇ 40 ਤੋਂ ਬਾਅਦ ਕੀਤਾ ਜਾਂਦਾ ਸੀ, ਲੇਕਿਨ ਹੁਣ 20 ਤੋਂ ਬਾਅਦ ਹੀ ਰਿਕਮੈਂਡਡ ਹੈ। ਉਹਦੀ ਵਜ੍ਹਾ ਇਹੀ ਹੈ ਕਿ ਹੁਣ ਜਿਹੜਾ ਸਾਡਾ ਲਾਈਫ ਸਟਾਈਲ ਹੈ, ਖਾਸ ਤੌਰ ਤੇ ਜਿਹੜੀ ਸਾਡੀ ਯੰਗ ਜਨਰੇਸ਼ਨ ਦਾ ਲਾਈਫ ਸਟਾਈਲ ਹੈ, ਉਹਦੀ ਵਜ੍ਹਾ ਤੋਂ ਉਹਨਾਂ ਦੀ ਏਜਿੰਗ ਵੀ ਜਲਦੀ ਆ ਰਹੀ ਹੈ। ਤਾਂ ਉਹਨਾਂ ਨੂੰ ਹੁਣੇ ਤੋਂ ਹੀ ਪ੍ਰੈਸਕ੍ਰਾਈਬ ਕਰ ਦਿਆ ਜਾਂਦਾ ਹੈ, ਰਿਕਮੈਂਡ ਕਰ ਦਿਆ ਜਾਂਦਾ ਹੈ ਕਿ ਤੁਹਾਡੀ ਸਕਿਨ ਇਸ ਤੋਂ ਪਹਿਲੇ ਕਿ ਬਿਲਕੁਲ ਹੀ ਡਰਾਈ ਹੋ ਜਾਏ, ਖੁਰਦਰੀ ਹੋ ਜਾਏ, ਤਾਂ ਕੋਈ ਚੀਜ਼ ਕੰਮ ਨਾ ਕਰੇ, ਤੁਸੀਂ ਇਹਦੇ ਵਿੱਚ ਨਮੀ ਪਾਈ ਜਾਓ। ਜੀ ਨਾਜ਼ਰੀਨ, ਜੇ ਜ਼ਿੰਦਗੀ ਦੇ ਵਿੱਚ ਤੁਸੀਂ 4 ਮਿੰਟ ਵੀ ਨਹੀਂ ਦਿੱਤੇ ਸਕਿਨ ਨੂੰ, ਤੇ ਫਿਰ ਤੁਸੀਂ ਕੀ ਕੀਤਾ? ਫਿਰ ਤੇ
ਏਜਿੰਗ ਵੀ ਹੋਣੀ ਹੈ, ਫਿਰ ਰਿੰਕਲਸ ਵੀ ਆਣੇ ਨੇ, ਸਭ ਕੁਝ ਹੋਣਾ ਤੇ ਹੋਮ ਰੈਮੇਡੀਜ਼ ਵੀ ਤੁਹਾਡੇ ਕੋਲ ਹੈ ਨੇ। ਵਿਟਾਮਿਨ ਈ ਦੀ ਗੱਲ ਹੋਈ ਹੈ, ਸੀ ਦੀ ਗੱਲ ਹੋਈ ਹੈ, ਸਬਜ਼ੀਆਂ ਹਰੀਆਂ ਜਿਹੜੀਆਂ ਨੇ ਉਹ ਜ਼ਰੂਰ ਖਾਓ। ਇਸ ਤੋਂ ਇਲਾਵਾ ਜਿਹੜੇ ਫਰੂਟਸ ਨੇ ਉਹਨਾਂ ਦਾ ਇਸਤੇਮਾਲ ਕਰੋ, ਵਿਟਾਮਿਨ ਈ ਆਪਣੀ ਬਾਡੀ ਦੇ ਵਿੱਚ ਲਿਆਓ। ਹਾਈਡਰੇਸ਼ਨ ਡੀਹਾਈਡਰੇਸ਼ਨ ਵਾਲਾ ਸਿਲਸਿਲਾ ਵੀ ਅਸੀਂ ਵੇਖ ਲਿਆ, ਪ੍ਰੋਡਕਟਸ ਵੀ ਯੂਜ਼ ਕੀਤੇ ਜਾ ਸਕਦੇ ਨੇ ਲੇਕਿਨ ਕੰਸਲਟ ਕਰਕੇ। ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਬਣੇ ਰਹੇ ਹੋ। ਲੇਕਿਨ ਹਮੇਸ਼ਾ ਜਾਣ ਤੋਂ ਪਹਿਲੇ ਅਸੀਂ ਇੱਕ ਸ਼ੇਰ ਦੁਹਰਾਉਂਦੇ ਹਾਂ, ਉਹ ਵੀ ਅੱਜ ਦੁਹਰਾ ਦਿੰਦੇ ਹਾਂ ਫਿਰ ਤੋਂ, ਕਿ ਲੈ ਆਓ ਯਾਰ ਹਵਾਲੇ ਰੱਬ ਦੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ।